ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਸਾਈਡ ਬੈਂਡ ਵਾਲੇ ਸਟੇਸ਼ਨ, ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਪੰਜਾਬੀ ਰੇਡੀਓ USA ਨੂੰ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 24 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਵੀਰਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਹਿਯੋਗੀ ਸਪੋਂਸਰਸ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ, ਕਲੋਵਿਸ, ਬਿੰਦਰ ਧਾਲੀਵਾਲ, ਰਵਿੰਦਰ ਬਸਰਾ, ਗੁਰਮੇਲ ਲੱਦੜ, ਬੇਕਰਸਫੀਲਡ, ਅਮਰਜੀਤ ਸਿੰਘ, ਸਟਾਕਟਨ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਯੂਬਾ ਸਿਟੀ 2 ਟਰੱਕਿੰਗ, ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ, ਬੀਸਲਾ ਪਰਿਵਾਰ, ਫਰੈਜ਼ਨੋ, ਬੂਟਾ ਸਿੰਘ, ਜੌਹਲ, ਲਿਨਵੁੱਡ ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ, ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਹੈ। ਤੁਸੀਂ ਇਹਨਾਂ ਦੇ ਕੋਲੋਂ ਹੰਡਾਈ ਦੇ ਨਵੇਂ ਡਰਾਈਵ ਐਂਡ ਰੀਫਰਸ ਖਰੀਦ ਸਕਦੇ ਹੋ ਅਤੇ ਹੋਰ ਵੀ ਕਾਫੀ ਵੱਡੀ ਇਨਵੈਂਟੋਰੀ ਆ। ਨਵੇਂ ਪੁਰਾਣੇ ਟ੍ਰੇਲਰਸ ਲੈਣ ਦੇ ਲਈ ਇਹਨਾਂ ਨੂੰ ਸੰਪਰਕ ਕਰੋ। ਇਹਨਾਂ ਦੇ ਇਹ ਫਾਈਨੈਂਸਿੰਗ ਵੀ ਕਰਦੇ ਆ। ਉੱਥੇ ਗੱਲ ਕਰਨ ਦੇ ਲਈ ਕਾਲ ਕਰੋ 909-786-8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਪਹਿਲੀਆਂ ਖਬਰਾਂ ਵੱਲ ਆਈਏ ਅਤੇ ਵੈਨਜ਼ੂਏਲਾ ਜਿਹੜਾ ਆ ਉਹ ਉੱਥੇ ਜਿਹੜਾ ਮਾਹੌਲ ਬਹੁਤ ਖ਼ਰਾਬ ਹੋਇਆ ਆ। ਕੱਲ੍ਹ ਵੈਨਜ਼ੂਏਲਾ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ, ਉਹਨਾਂ ਨੇ US ਦੇ ਜਿਹੜੇ ਡਿਪਲੋਮੈਟਸ ਆ ਉਹਨਾਂ ਨੂੰ 72 ਘੰਟੇ ਦਿੱਤੇ ਪਈ ਸਾਡੇ ਦੇਸ਼ ਵਿੱਚੋਂ ਨਿਕਲ ਜਾਓ। ਪਰ ਦੂਸਰੇ ਪਾਸੇ ਜਿਹੜੇ ਵੈਨਜ਼ੂਏਲਾ ਦੇ ਲਾ ਮੇਕਰ ਜੁਆਨ ਗੁਆਇਡੋ ਆ, ਉਹਨਾਂ ਨੂੰ ਜਿਹੜੀ ਆ ਉਹਨਾਂ ਨੇ ਆਪਣੀ ਸਹੁੰ ਚੱਕ ਲਈ ਆ ਐਜ਼ ਏ ਪ੍ਰੈਜ਼ੀਡੈਂਟ। ਅਤੇ ਯੂਨਾਈਟਿਡ ਸਟੇਟਸ, ਕੈਨੇਡਾ ਅਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਸਾਊਥ ਅਮਰੀਕਨ ਨੇਸ਼ਨਸ ਹੈਗੀਆਂ ਆ, ਉਹਨਾਂ ਨੇ ਰਿਕੋਗਨੀਸ਼ਨ ਦੇ ਦਿੱਤੀ ਹੈਗੀ ਆ। ਅਤੇ ਪਿੱਛੇ ਜਿਹੇ ਰਸ਼ੀਆ ਨੇ 2 ਜਿਹੜੀਆਂ ਨਿਊਕਲੀਅਰ ਯੂਨਿਟਸ ਜਿਹੜੇ ਆ ਉਹ ਵੈਨਜ਼ੂਏਲਾ ਨੂੰ ਦਿੱਤੇ ਸੀ ਅਤੇ US ਗਵਰਨਮੈਂਟ ਵੱਲੋਂ ਵੀ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਥ੍ਰੈਟ ਦਿੱਤੀ ਗਈ ਆ ਵੀ ਜੇ ਕਿਸੇ ਤਰ੍ਹਾਂ ਦਾ ਮਾਹੌਲ ਖ਼ਰਾਬ ਕਰਨ ਦੀ ਟਰਾਈ ਕੀਤੀ ਗਈ ਅਤੇ ਅਸੀਂ ਇੰਟਰਫੀਅਰ ਕਰਾਂਗੇ। ਜਿੰਨੀਆਂ ਵੀ ਸਾਊਥ ਦੇ ਵਿੱਚ ਕੰਟਰੀਜ਼ ਹੈਗੇ ਆ, ਉਹਨਾਂ 'ਚੋਂ ਸਿਰਫ 1-2 ਨੂੰ ਛੱਡ ਕੇ ਸਾਰਿਆਂ ਨੇ ਜਿਹੜੀ ਆ ਰਿਕੋਗਨੀਸ਼ਨ ਦੇ ਦਿੱਤੀ ਹੈ। 14 ਨੇਸ਼ਨਸ ਹੈਗੀਆਂ ਜਿਹਨੂੰ ਲੀਮਾ ਗਰੁੱਪ ਕਰਕੇ ਜਾਣਿਆ ਜਾਂਦਾ ਆ, ਜਿਹਦੇ ਵਿੱਚੋਂ 11 ਮੁਲਕ ਅਰਜਨਟੀਨਾ, ਬ੍ਰਾਜ਼ੀਲ, ਕੈਨੇਡਾ, ਚਿਲੀ, ਕੋਲੰਬੀਆ, ਕੋਸਟਾਰੀਕਾ, ਗੋਟੇਮਾਲਾ, ਹੋਂਡਰਾਸ, ਪਨਾਮਾ, ਪੈਰਾਗੁਏ ਅਤੇ ਪੇਰੂ। ਇਹਨਾਂ ਦੇ ਵਿੱਚੋਂ 11 ਨੇ ਜਿਹੜੀ ਆ ਰਿਕੋਗਨੀਸ਼ਨ ਨਵਾਂ ਜਿਹੜਾ ਪ੍ਰੈਜ਼ੀਡੈਂਟ ਜਿਸ ਨੇ ਸਹੁੰ ਚੱਕੀ ਆ ਉਸ ਨੂੰ ਦੇ ਦਿੱਤੀ ਆ। ਬਿਲਕੁਲ। ਸੋ ਹੁਣ ਉੱਥੇ 2 ਰਾਸ਼ਟਰਪਤੀ ਜਿਹੜੇ ਉਹ ਹੋ ਚੁੱਕੇ ਨੇ। ਇੱਕ ਜਿਹੜਾ ਮਡੂਰੋ ਆ, ਜਿਹੜਾ ਕਿ ਕਹਿੰਦਾ ਵੀ ਵੋਟਾਂ ਜਿੱਤ ਕੇ ਜਿਹੜਾ ਉਹ ਬਣਿਆ ਆ, ਅਤੇ ਜਿਸ ਦਾ ਵਿਰੋਧ ਕਾਫੀ ਲੰਮੇ ਸਮੇਂ ਤੋਂ ਜਿਹੜਾ ਉਹ ਚੱਲ ਰਿਹਾ। ਅਤੇ ਜਿਹੜਾ ਜਿੱਦਾਂ ਆਪਾਂ ਕੱਲ੍ਹ ਜ਼ਿਕਰ ਕੀਤਾ ਸੀ ਵੀ ਉੱਥੇ ਵਿਧੀ ਹੈਗੀ ਆ ਵੀ ਜੇ ਪ੍ਰੈਜ਼ੀਡੈਂਟ ਦੀ ਕੁਰਸੀ ਖਾਲੀ ਹੋਵੇ ਤਾਂ ਜਿਹੜੀ ਇਹਨਾਂ ਦੀ ਕਾਂਗਰਸ ਆ, ਨੈਸ਼ਨਲ ਅਸੈਂਬਲੀ ਆ, ਉਹ ਆਪਣੇ ਵੱਲੋਂ ਜਿਹੜਾ ਕਾਰਜਕਾਰੀ ਜਿਹੜਾ ਰਾਸ਼ਟਰਪਤੀ ਉਹ ਨਿਯੁਕਤ ਕਰ ਸਕਦੀ ਹੈ। ਸੋ ਉਹਨਾਂ ਨੇ ਉਸ ਨੂੰ ਮਾਨਤਾ ਨਹੀਂ ਦਿੱਤੀ ਜਿਹੜਾ ਮਡੂਰੋ ਨੂੰ, ਅਤੇ ਉਹਨਾਂ ਨੇ ਆਪਣਾ ਜਿਹੜਾ ਰਾਸ਼ਟਰਪਤੀ ਆ ਉਸ ਨੂੰ ਜਿਹੜਾ ਸਹੁੰ ਚੁਕਾ ਦਿੱਤੀ ਆ। ਅਤੇ ਉਹ ਨਾਲ ਦੇ ਨਾਲ ਹੀ ਜਿਹੜੇ ਉਪ ਰਾਸ਼ਟਰਪਤੀ ਅਮਰੀਕਾ ਦੇ ਮਾਈਕ ਪੈਂਸ, ਉਹਨਾਂ ਨੇ ਉਸ ਨੂੰ ਮਾਨਤਾ ਜਿਹੜੀ ਦੇ ਦਿੱਤੀ। ਅਤੇ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ, ਹੋਰ ਕਈ ਮੁਲਕਾਂ ਨੇ ਜਿਹੜਾ ਆ ਉਸ ਨੂੰ ਮਾਨਤਾ ਦਿੱਤੀ ਹੈ। ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਮਡੂਰੋ ਆ ਉਸਨੇ 72 ਘੰਟੇ ਦਾ ਸਮਾਂ ਅਮਰੀਕੀ ਜਿਹੜੇ ਦੂਤਾਵਾਸ ਆ, ਅੰਬੈਸੀ ਦੇ ਵਿੱਚ ਜਾਂ ਜਿੰਨੇ ਵੀ ਡਿਪਲੋਮੈਟਸ ਆ, ਉਹਨਾਂ ਨੂੰ ਕਿਹਾ ਵੀ ਮੁਲਕ ਛੱਡ ਕੇ ਜਿਹੜਾ ਆ ਉਹ ਤੁਸੀਂ ਵਾਪਸ ਜਿਹੜੇ ਆ ਉਹ ਚਲੇ ਜਾਓ। ਸੋ ਕਾਫੀ ਜਿਹੜੀ ਉੱਥੇ ਸਮੱਸਿਆ ਜਿਹੜੀ ਆ ਲਗਾਤਾਰ ਵੱਧਦੀ ਜਾ ਰਹੀ ਆ। ਇੰਟਰਨਲ ਜਿਹੜੀ ਫਾਈਟਿੰਗ ਆ ਉਹ ਬਹੁਤ ਜ਼ਿਆਦਾ ਜਿਹੜੀ ਆ ਉਹ ਹੁਣ ਉੱਥੇ ਵਧੀ ਹੋਈ ਆ। ਅਤੇ ਜਿੱਦਾਂ ਆਪਾਂ ਕੱਲ੍ਹ ਵੀ ਇਸ਼ਾਰਾ ਕਰ ਰਹੇ ਸੀਗੇ ਵੀ ਅਮਰੀਕਾ ਵੀ ਚਾਹ ਰਿਹਾ ਆ ਵੀ ਮਡੂਰੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉੱਥੋਂ ਸੱਤਾ ਦੇ ਵਿੱਚੋਂ ਜਿਹੜਾ ਉਹ ਨਿਕਲ ਜਾਵੇ। ਅਤੇ ਹੁਣ ਪੂਰੀ ਸਪੋਰਟ ਉਹਨਾਂ ਨੇ ਜਿਹੜਾ ਵੈਨੇਜ਼ੁਏਲਾ ਦਾ ਲਾ ਮੇਕਰ ਜਿਹੜਾ ਜੁਆਨ ਗੁਆਇਡੋ ਆ
ਉਸ ਦੇ ਪਿੱਛੇ ਜਿਹੜੀ ਉਸ ਦੀ ਪਿੱਠ ਜਿਹੜੀ ਪੂਰੀ ਥਾਪੜੀ ਆ, ਅਤੇ ਬਾਕੀ ਮੁਲਕਾਂ ਨੇ ਵੀ ਜਿਹੜੀ ਉਸ ਦੀ ਪਿੱਠ ਥਾਪੜ ਦਿੱਤੀ ਹੈ। ਦੇਖਣ ਵਾਲੀ ਗੱਲ ਰਹੇਗੀ ਵੀ ਹੁਣ ਵੈਨੇਜ਼ੁਏਲਾ ਕਿਸ ਰਾਹ ਵੱਲ ਨੂੰ ਜਿਹੜਾ ਜਾਊਗਾ। ਹੁਣ ਇਹ ਜਿਹੜਾ ਆ ਉਹ ਰਾਸ਼ਟਰਪਤੀ ਦਾ ਜਿਹੜਾ ਚਾਰਜ ਆ ਉਹ ਸਾਂਭਣ ਨੂੰ ਫਿਰਨਗੇ, ਅਤੇ ਜਿਹੜਾ ਮਡੂਰੋ ਆ ਉਹ ਹੋ ਸਕਦਾ ਵੀ ਇਹਨਾਂ ਦੀਆਂ ਗ੍ਰਿਫਤਾਰੀਆਂ ਜਾਂ ਇਹਨਾਂ ਨੂੰ ਜਿਹੜਾ ਆ ਹਿਰਾਸਤ ਦੇ ਵਿੱਚ ਲੈਣ ਦੀ ਜਿਹੜੀ ਉਹ ਕੋਸ਼ਿਸ਼ ਕਰੇ। ਅਤੇ ਕਾਫੀ ਉੱਥੇ ਹਾਲਾਤ ਜਿਹੜੇ ਉਹ ਨਾਜ਼ੁਕ ਜਿਹੜੇ ਬਣ ਸਕਦੇ ਆ, ਕਿਉਂਕਿ ਲੱਖਾਂ ਦੀ ਤਾਦਾਦ ਦੇ ਵਿੱਚ, ਹਜ਼ਾਰਾਂ ਹੀ ਲੱਖਾਂ ਦੀ ਤਾਦਾਦ ਦੇ ਵਿੱਚ ਕੱਲ੍ਹ ਵੀ ਕਹਿੰਦੇ ਜਿਹੜੇ ਪ੍ਰੋਟੈਸਟਰ ਆ ਵੈਨੇਜ਼ੁਏਲਾ ਦੀਆਂ ਸੜਕਾਂ ਦੇ ਉੱਤੇ ਨਿਕਲੇ ਹੋਏ ਸੀਗੇ ਮਡੂਰੋ ਦੀ ਜਿਹੜੀ ਆ ਸੱਤਾ ਤੋਂ ਦੁਖੀ ਆਏ ਹੋਏ ਜੀ। ਅਤੇ ਵੈਨੇਜ਼ੁਏਲਾ ਦੇ ਜਿਹੜੇ ਡਿਫੈਂਸ ਮਿਨਿਸਟਰ ਆ ਵਲਾਡੀਮੀਰ ਪੈਟਰੀਨੋ, ਉਹਨਾਂ ਨੇ ਕਿਹਾ ਆ ਵੀ ਜਿਹੜਾ ਮਡੂਰੋ ਆ ਉਹ ਲੈਜੀਟੀਮੇਟ ਪ੍ਰੈਜ਼ੀਡੈਂਟ ਹੈਗਾ ਆ, ਅਤੇ ਉੱਥੇ ਦੀ ਜਿਹੜੀ ਡਿਫੈਂਸ ਆ ਉਹ ਜਿਹੜੀ ਮਿਲਟਰੀ ਆ ਬਹੁਤੀ ਜਿਹੜੀ ਆ ਕਰੰਟ ਜਿਹੜੇ ਉੱਥੇ ਦੇ ਪ੍ਰੈਜ਼ੀਡੈਂਟ ਆ ਨਿਕੋਲਸ ਮਡੂਰੋ ਉਹਦੇ ਪਿੱਛੇ ਹੈਗੀ ਆ। ਪਰ UK ਦੀ ਗਵਰਨਮੈਂਟ ਨੇ ਵੀ ਜਿਹੜਾ ਆ ਗੁਆਇਡੋ ਨੂੰ ਰਿਕੋਗਨੀਸ਼ਨ ਦਿੱਤੀ ਆ। ਉਹ ਕਹਿੰਦੇ ਪਈ ਜਿਹੜਾ ਓਪੋਜੀਸ਼ਨ ਦਾ ਲੀਡਰ ਓਆਨ ਗੁਆਇਡੋ ਆ, ਜਿਸ ਨੇ ਆਪਣੇ ਆਪ ਨੂੰ ਪ੍ਰੈਜ਼ੀਡੈਂਟ ਡਿਕਲੇਅਰ ਕੀਤਾ ਹੈ ਬੁੱਧਵਾਰ ਨੂੰ, ਉਹ ਮੁਲਕ ਨੂੰ ਅੱਗੇ ਲਿਜਾ ਸਕਦਾ ਹੈਗਾ ਆ। US ਦੇ ਜਿਹੜੇ ਸੈਕਟਰੀ ਆਫ ਸਟੇਟ ਹੈਗੇ ਮਾਈਕ ਪੋਂਪੀਓ, ਉਹਨਾਂ ਨੇ UN ਸਿਕਿਉਰਿਟੀ ਕੌਂਸਲ ਨੂੰ ਰਿਕੁਐਸਟ ਕੀਤਾ ਆ ਵੀ ਵੈਨੇਜ਼ੁਏਲਾ ਦੇ ਉੱਤੇ ਇਸ ਸ਼ਨੀਚਰਵਾਰ ਨੂੰ ਜਿਹੜਾ ਆ ਇੱਕ ਸੈਸ਼ਨ ਬੁਲਾਇਆ ਜਾਵੇ ਅਤੇ ਜਿਹੜੀ ਉੱਥੇ ਡਿਵੈਲਪਮੈਂਟਸ ਹੋ ਰਹੀਆਂ ਉਹਦੇ ਬਾਰੇ ਜਿਹੜਾ ਡਿਸਕਸ ਕੀਤਾ ਜਾਵੇ। ਜਿਹੜਾ ਟਰਕੀ ਦੇ ਪ੍ਰੈਜ਼ੀਡੈਂਟ ਐਰਦੋਗਨ ਹੈਗੇ ਆ, ਉਹਨਾਂ ਨੇ ਇਸ ਨੂੰ ਅਪਰੂਵ ਨਹੀਂ ਕੀਤਾ ਹੈਗਾ। ਹੁਣ ਤੱਕ 12 ਲੋਕਾਂ ਦੀ ਜਿਹੜੀ ਆ ਉੱਥੇ ਜਿਹੜੀ ਵਾਇਲੈਂਸ ਹੋ ਰਹੀ ਆ ਉਹਦੇ ਵਿੱਚ ਮੌਤ ਹੋ ਚੁੱਕੀ ਹੈਗੀ ਆ। ਜੀ ਬਿਲਕੁਲ। ਕੱਲ੍ਹ ਰਾਸ਼ਟਰਪਤੀ ਟਰੰਪ ਨੇ ਵੀ ਟਵਿੱਟਰ ਦੇ ਜ਼ਰੀਏ ਇਹਨਾਂ ਨੂੰ ਓਆਨ ਗੁਆਇਡੋ ਉਸ ਨੂੰ ਮਾਨਤਾ ਜਿਹੜੀ ਆ ਉਹ ਰਾਸ਼ਟਰਪਤੀ ਦੇ ਵਜੋਂ ਜਿਹੜੀ ਆ ਉਹ ਦੇ ਦਿੱਤੀ ਸੀਗੀ। ਉਹ ਬਹੁਤ ਯੰਗ ਜਿਹੜਾ ਇਹ ਮੁੰਡਾ ਹੈਗਾ ਆ, ਕਿਉਂਕਿ 35 ਸਾਲ ਦੀ ਉਮਰ ਹੀ ਆ ਇਹਦੀ, ਜਿਹੜੀ ਸਿਰਫ ਜਿਹੜੀ ਉਹ ਦੱਸੀ ਜਾਂਦੀ ਆ। ਅਤੇ ਪੇਸ਼ੇ ਦੇ ਵਜੋਂ ਇੰਜੀਨੀਅਰ ਜਿਹੜਾ ਆ ਉਹ ਪਹਿਲੋਂ ਰਿਹਾ, ਅਤੇ ਹੁਣ ਪੋਲੀਟਿਕਸ ਦੇ ਵਿੱਚ ਉਸ ਨੇ ਪੈਰ ਜਿਹੜੇ ਆ ਉਹ ਧਰੇ ਆ। ਸੋ ਸੈਂਟਰਿਸਟ ਸੋਸ਼ਲ ਡੈਮੋਕਰੇਟ ਪਾਪੂਲਰ ਜਿਹੜੀ ਵਿਲ ਪਾਰਟੀ ਆ ਉਸ ਦਾ ਇਹ ਇੱਕ ਮੈਂਬਰ ਜਿਹੜਾ ਹੈਗਾ ਆ। ਸੋ ਵਾਰਗਸ ਕਰਕੇ ਜਿਹੜੀ ਉੱਥੇ ਦਾ ਇੱਕ ਸੂਬਾ ਆ, ਉੱਥੇ ਇਹ ਜਿਹੜਾ ਇਲੈਕਸ਼ਨ ਆਪਣੀ ਜਿਹੜੀ ਆ ਪਹਿਲੋਂ ਜਿੱਤਿਆ ਸੀਗਾ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਹੁਣ ਕੀ ਬਣਦਾ ਆ। ਪਰ ਓਆਨ ਗੁਆਇਡੋ ਦੇ ਜਾਂ ਤਾਂ ਹਰਜੋਤ ਸਿੰਘ ਜੀ ਇਸ ਦਾ ਦਿਨ ਬਦਲਣਗੇ, ਅਤੇ ਜਾਂ ਤਾਂ ਫਿਰ ਜ਼ਿਆਦਾ ਸਿਰੇ ਦੀ ਚੜ੍ਹਾਈ 'ਤੇ ਜਾਊਗਾ, ਅਤੇ ਜਾਂ ਫਿਰ ਉੱਥੇ ਮਡੂਰੋ ਵਰਗਾ, ਜਿੱਦਾਂ ਤੁਸੀਂ ਦੱਸ ਰਹੇ ਇਸ਼ਾਰਾ ਕਰ ਰਹੇ ਆ ਵੀ ਆਰਮੀ ਵੀ ਉਹਨਾਂ ਦੇ, ਇਹ ਰਿਪੋਰਟਾਂ ਨੇ ਵੀ ਉਹਨਾਂ ਦੇ ਨਾਲ ਆ, ਅਤੇ ਉਹ ਇਹਨਾਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਵੀ ਰੱਖ ਸਕਦੀਆਂ ਆ। ਸੋ ਰਸ਼ੀਆ ਦੀ ਸਪੋਰਟ ਤਾਂ ਮਡੂਰੋ ਨੂੰ ਹੈਗੀ ਆ, ਅਤੇ ਜਿੱਦਾਂ ਟਰਕੀ ਨੇ ਵੀ ਮਨਾ ਕਰ ਦਿੱਤਾ ਇਸ ਨਵੇਂ, ਅਤੇ ਮੈਕਸੀਕੋ ਨੇ ਵੀ, ਕਿਉਂਕਿ ਮੈਕਸੀਕੋ ਵੀ ਜਿਹੜੀ ਲੈਫਟ ਲਿਸਟ ਪਾਰਟੀ ਹੈਗੀ ਆ। ਕਿਊਬਾ ਪੂਰੀ ਤਰ੍ਹਾਂ ਨਾਲ, ਥੋੜ੍ਹੇ ਮੁਲਕ ਉਹਦੇ ਨਾਲ ਹੈਗੇ ਆ। UNO ਦੇ ਜਿਹੜੇ ਚੀਫ ਆ ਉਹਨਾਂ ਨੇ ਇਹ ਕਿਹਾ ਵੀ ਗੱਲਬਾਤ ਦੇ ਨਾਲ ਗੱਲ ਜਿਹੜੀ ਕਰਨੀ ਚਾਹੀਦੀ ਹੈਗੀ ਆ। ਵੈਨੇਜ਼ੁਏਲਾ ਦੇ ਜਿੰਨੇ ਲਾ ਮੇਕਰਸ ਆ ਉਹਨਾਂ ਨੇ ਇਹ ਰਿਕੁਐਸਟ ਕੀਤਾ ਹੈਗਾ ਆ ਵੀ ਜਿਹੜਾ ਗੁਆਇਡੋ ਆ ਇਹਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ, ਕਿਉਂਕਿ ਇਹ ਹੁਣ ਸਾਡੇ ਨਵੇਂ ਪ੍ਰੈਜ਼ੀਡੈਂਟ ਹੈਗੇ ਆ। ਇਸੇ ਤਰ੍ਹਾਂ ਮੈਕਸੀਕੋ ਨੇ ਵੀ ਕਿਹਾ ਵੀ ਦੋਨਾਂ ਸਾਈਡਸ ਨੂੰ ਗੱਲਬਾਤ ਕਰਨੀ ਚਾਹੀਦੀ ਆ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ। ਫਲੋਰੀਡਾ ਦੇ ਵਿੱਚ ਕੱਲ੍ਹ ਜਿਹੜੀ ਹਰਜੋਤ ਸਿੰਘ ਜੀ ਇੱਕ ਮਾੜੀ ਖਬਰ ਜਿਹੜੀ ਆ ਉਹ ਵਾਪਰੀ ਆ। ਸੈਬਰਿੰਗ ਕਰਕੇ ਜਿਹੜਾ ਸ਼ਹਿਰ ਆ, ਉੱਥੇ ਇੱਕ ਸਨਟਰਸਟ ਬੈਂਕ ਆ, ਉਸ ਦੇ ਵਿੱਚ ਇੱਕ ਬੰਦੇ ਨੇ ਵੜ ਕੇ ਜਿਹੜੀਆਂ ਗੋਲੀਆਂ ਜਿਹੜੀਆਂ ਚਲਾ ਦਿੱਤੀਆਂ, ਜਿਸ ਦੇ ਕਰਕੇ 5 ਜਾਣਿਆਂ ਦੀ ਜਿਹੜੀ ਉੱਥੇ ਮੌਤ ਹੋ ਗਈ ਆ। ਚਿੱਟੇ ਮੂਲ ਦਾ 21 ਸਾਲਾਂ ਦਾ ਜ਼ੀਫਨ ਜ਼ੇਵਰ ਨਾਂ ਦਾ ਬੰਦਾ ਆ, ਉਸ ਨੇ ਜਿਹੜੀਆਂ ਉੱਥੇ ਗੋਲੀਬਾਰੀ ਜਿਹੜੀ ਆ ਉਹ ਕੀਤੀ ਆ, ਅਤੇ ਕਹਿੰਦੇ ਬਾਅਦ ਦੇ ਵਿੱਚ ਕਥਿਤ ਤੌਰ 'ਤੇ ਉਹਨੇ ਹੀ ਖੁਦ 911 ਨੂੰ ਕਾਲ ਕਰਕੇ ਕਿਹਾ ਵੀ ਮੈਂ 5 ਬੰਦਿਆਂ ਨੂੰ ਉੱਥੇ ਮਾਰ ਦਿੱਤਾ ਆ। ਅਤੇ ਇਹ ਦੱਸਿਆ ਜਾ ਰਿਹਾ ਵੀ 21 ਸਾਲਾਂ ਦਾ ਜਿਹੜਾ ਜ਼ੀਫਨ ਆ ਜਿਸ ਨੇ ਮਾਰਿਆ ਉਹ ਪੰਜੇ ਦੇ ਪੰਜੇ ਜਿਹੜੇ ਆ ਮਰਨ ਵਾਲੀਆਂ ਉਹ ਔਰਤਾਂ ਸੀਗੀਆਂ। ਸੋ ਇੱਕ ਵਾਰੀ ਫਿਰ ਮਾਸ ਸ਼ੂਟਿੰਗ ਦੀ ਘਟਨਾ ਜਿਹੜੀ ਆ ਉਹ ਅਮਰੀਕਾ ਦੇ ਵਿੱਚ ਵਾਪਰੀ ਆ। ਫਲੋਰੀਡਾ ਦੇ ਵਿੱਚ ਸੈਬਰਿੰਗ ਕਰਕੇ ਸ਼ਹਿਰ, ਉੱਥੇ ਜਿਹੜੇ ਸਨਟਰਸਟ ਬੈਂਕ ਆ ਉਸ ਦੇ ਵਿੱਚ ਇਹ ਘਟਨਾ ਉਹ ਵਾਪਰੀ ਆ। ਅਤੇ ਇੱਕ ਕਹਿੰਦੇ ਵੀ ਇਸ ਟਾਈਮ ਜਿਹੜਾ ਉਸ ਨੂੰ ਹੁਣ ਬਗੈਰ ਕਿਸੇ ਬੇਲ ਤੋਂ ਹਿਰਾਸਤ ਦੇ ਵਿੱਚ ਜਿਹੜਾ ਆ ਉਹ ਰੱਖਿਆ ਗਿਆ ਆ, ਅਤੇ ਇਸ ਦੇ ਉੱਤੇ ਜਿਹੜੇ 5 ਪ੍ਰੀ ਮੈਡੀਟੇਟਿਡ ਮਰਡਰ ਦੇ ਜਿਹੜੇ ਚਾਰਜਸ ਆ ਉਹ ਲਾਏ ਜਾਣ ਦੀ ਕਿਆਸ ਰਹੀਆਂ ਨੇ। ਜੀ। ਸੋ ਜਿਹੜਾ ਇਹ ਸ਼ੂਟਰ ਹੈਗਾ ਜ਼ੀਫਨ ਜ਼ੇਵਰ 21 ਸਾਲਾਂ ਦਾ, ਕਹਿੰਦੇ ਵੀ ਇਹ ਇੰਡੀਆਨਾ ਦਾ ਬੋਰਨ ਹੈਗਾ ਆ, ਅਤੇ ਮੂਵ ਪਿੱਛੇ ਜਿਹਾ ਇਹ ਇੱਥੇ ਫਲੋਰੀਡਾ 'ਚ ਹੋਇਆ ਸੀ।
ਤੇ ਐਜ਼ ਏ ਟ੍ਰੇਨੀ ਫਲੋਰੀਡਾ ਡਿਪਾਰਟਮੈਂਟ ਆਫ ਕਰੈਕਸ਼ਨ 'ਚ ਕੰਮ ਕਰਦਾ ਸੀ ਦੇਖੋ ਅੰਟਲ ਜਨਵਰੀ 9 ਤੱਕ। ਤੇ ਉਹਦੇ ਜਿਹੜੇ ਗੁਆਂਢੀ ਹੈਗੇ ਆ ਜੌਨ ਲਰੋਸੇ ਨੈਕਸਟ ਡੋਰ, ਉਹਨਾਂ ਨੇ ਇਹ ਕਿਹਾ ਵੀ ਮੈਂ ਕਈ ਵਾਰ ਰਾਤ ਨੂੰ ਇਹਨੂੰ ਉੱਚੀ ਉੱਚੀ ਜਿੱਦਾਂ ਚੀਕਾਂ ਮਾਰਦੇ ਦੇਖਿਆ ਵੀ ਉਹ ਯੈਲਿੰਗ ਕਰਦਾ, ਕਿਉਂਕਿ ਵੀਡੀਓ ਗੇਮਸ ਜਿਹੜਾ ਰਾਤ ਨੂੰ ਉਹ ਖੇਲਦਾ ਸੀਗਾ। ਸੋ ਹੁਣ ਕੀ ਹੋਣਾ, ਅਲਟੀਮੇਟਲੀ ਮੁੜ ਕੇ ਕਹਿ ਦੇਣਾ ਜੀ ਦੇਖੋ ਮੈਂਟਲੀ ਅਨਸਟੇਬਲ ਆ। ਸੋ ਕਿਤੇ ਨਾ ਕਿਤੇ ਜਿਹੜਾ US ਗਵਰਨਮੈਂਟ ਨੂੰ ਇਹ ਜਿਹੜੇ ਲਾਅ ਆ ਇਹ ਚੇਂਜ ਕਰਨੇ ਚਾਹੀਦੇ ਆ। ਪਹਿਲਾਂ ਇੱਦਾਂ ਦੀ ਮਾਸ ਸ਼ੂਟਿੰਗ ਕਰਦੇ ਆ, ਆਮ ਇਨੋਸੈਂਟ ਲੋਕਾਂ ਨੂੰ ਮਾਰਿਆ ਜਾਂਦਾ, ਮੁੜ ਕੇ ਜਦੋਂ ਫਿਰ ਟਰਾਇਲ ਚੱਲਦਾ ਤਾਂ ਕਹਿੰਦੇ ਜੀ ਉਹ ਮੈਂਟਲੀ ਅਨਸਟੇਬਲ ਸੀ। ਇਹ ਦੇਖੋ ਹਰਜੋਤ ਸਿੰਘ ਜੀ, ਜੇ ਇਸ ਦੀ ਥਾਂ ਦੇ ਉੱਤੇ ਕੋਈ ਵੀ ਹੋਰ ਰੰਗ ਦਾ ਬੰਦਾ ਹੁੰਦਾ, ਜੇ ਰੱਬ ਨਾ ਕਰੇ ਜੇ ਕੋਈ ਇਮੀਗ੍ਰੈਂਟ ਜਿਹੜਾ ਇੱਥੇ ਹੁੰਦਾ, ਤਾਂ ਇੱਥੇ ਕਿੰਨੇ ਜਿਹੜਾ ਹੋਰ ਲਾਲਾ ਜਿਹੜੀ ਉਹ ਮਚੀ ਹੋਣੀ ਸੀ। ਆਪਾਂ ਦੇਖਿਆ ਸੀ ਵੀ ਜਦੋਂ ਪਿਛਲੇ ਦਿਨਾਂ ਦੇ ਵਿੱਚ ਨਿਊਮੈਨ ਦੇ ਵਿੱਚ ਇੱਕ ਪੁਲਿਸ ਵਾਲੇ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ 'ਚ ਪਹੁੰਚੇ ਬੰਦੇ ਨੇ ਗੋਲੀ ਮਾਰੀ ਸੀ, ਅਤੇ ਨਵੇਂ ਤੋਂ ਜਿਹੜਾ ਆਪਾਂ ਦੇਖਿਆ ਸੀਗਾ ਵੀ ਬਹੁਤ ਜ਼ਿਆਦਾ ਬਵਾਲ ਉੱਠਿਆ ਸੀ। ਬਿਲਕੁਲ ਉਹ ਚੰਗੀ ਗੱਲ ਆ, ਉਹ ਰੌਲਾ ਪੈਣਾ ਵੀ ਚਾਹੀਦਾ ਆ, ਕਿਉਂਕਿ ਤੁਸੀਂ ਪੁਲਿਸ ਅਫਸਰ ਨੂੰ ਮਾਰਿਆ, ਅਤੇ ਇਸ ਦੇ ਉੱਤੇ ਵੀ ਕਿਤੇ ਨਾ ਕਿਤੇ ਰੌਲਾ ਪੈਣਾ ਚਾਹੀਦਾ। ਅਫਸੋਸ ਵਾਲੀ ਗੱਲ ਇਹ ਹੋ ਜਾਂਦੀ ਆ ਵੀ ਜਦੋਂ ਇੱਦਾਂ ਦੀ ਘਟਨਾ ਵਾਪਰਦੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਫਿਰ ਜਿਹੜੀ ਚੁੱਪੀ ਸ਼ਾਂਤੀ ਜਿਹੜੀ ਆ ਉਹ ਉੱਦਾਂ ਦੀ ਉੱਦਾਂ ਹੀ ਬਣ ਜਾਂਦੀ ਆ। ਅਗਲੀ ਘਟਨਾ ਦੇ ਵਾਪਰਨ ਦੀ ਜਿਹੜੀ ਉਡੀਕ ਆ ਉਸ ਦੇ ਵਿੱਚ ਲੋਕ ਇੰਤਜ਼ਾਰ ਦੇ ਵਿੱਚ ਹੀ ਜਿਹੜੇ ਉਹ ਰਹਿ ਜਾਂਦੇ ਨੇ। ਸੋ ਜਿੱਦਾਂ ਹਰਜੋਤ ਸਿੰਘ ਜੀ ਵੀ ਕਹਿੰਦੇ ਨੇ ਵੀ ਕੁਛ ਨਾ ਕੁਛ ਜਿਹੜਾ ਇਸ ਦੇ ਉੱਤੇ ਜਿਹੜੇ ਕਾਨੂੰਨ ਦੀ ਜਿਹੜੀ ਸਖਤਾਈ ਕਰਨ ਦੀ ਜਿਹੜੀ ਜ਼ਰੂਰਤ ਆ। ਕਰੈਕਸ਼ਨਲ ਫੈਸਿਲਿਟੀ ਦੇ ਵਿੱਚ ਹਰਜੋਤ ਸਿੰਘ ਜੀ ਜਾਣਾ ਸੀਗਾ, ਜਾਣ ਫਿਰ ਉਹ ਜਿਹੜੇ ਬੰਦੇ ਹਾਇਰ ਕਰ ਰਹੇ ਉਸ ਨੂੰ ਚੰਗੀ ਤਰ੍ਹਾਂ ਚੈੱਕ ਨਹੀਂ ਕਰ ਰਹੇ, ਉਹਦਾ ਬੈਕਗਰਾਊਂਡ ਚੈੱਕ ਨਹੀਂ ਹੋਇਆ ਵੀ ਅਚਾਨਕ ਕੀ ਸੀਗਾ। ਇਹ ਤਾਂ ਚਲੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਾਂਚ ਦੇ ਵਿੱਚ ਪਤਾ ਲੱਗੂਗਾ ਵੀ ਕੀ ਇਸ ਦੇ ਪਿੱਛੇ ਜਿਹੜਾ ਕਾਰਨ ਸੀਗਾ ਜਿਸ ਨੇ 5 ਬੰਦੇ ਜਾ ਕੇ ਉਸ ਬੈਂਕ ਦੇ ਵਿੱਚ ਜਿਹੜੇ ਆ ਉਹ ਮਾਰ ਦਿੱਤੇ, ਅਤੇ 5 ਹੀ ਔਰਤਾਂ ਜਿਹੜੀਆਂ ਉਹ ਦੱਸੀਆਂ ਜਾਂਦੀਆਂ ਜਿਨ੍ਹਾਂ ਦਾ ਇਸ ਨੇ ਉੱਥੇ ਹੁਣ ਕਤਲ ਕੀਤਾ ਆ। ਅਤੇ ਕਿਤੇ ਨਾ ਕਿਤੇ ਸਹਿਮ ਦਾ ਡਰ ਦਾ ਮਾਹੌਲ ਜਿਹੜਾ ਉਹ ਜ਼ਰੂਰ ਬਣਿਆ ਪਿਆ ਆ। ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ ਵੀ ਜਿਹੜਾ ਕਿ ਆਖਦੇ ਨੇ, ਖਾਸ ਕਰਕੇ ਜਿਹੜਾ ਟਰੰਪ ਪ੍ਰਸ਼ਾਸਨ ਜਾਂ ਖੁਦ ਰਾਸ਼ਟਰਪਤੀ ਟਰੰਪ ਵੀ ਕਹਿੰਦੇ ਨੇ ਵੀ ਜਿਹੜੇ ਬਾਰਡਰ ਟੱਪ ਕੇ ਆ ਰਹੇ ਨੇ ਉਹ ਸਭ ਤੋਂ ਜ਼ਿਆਦਾ ਜਿਹੜੇ ਨਿਰਦਈ ਨੇ, ਉਹ ਰੇਪਿਸਟ ਨੇ, ਉਹ ਮਰਡਰਰਸ ਨੇ, ਆ ਕੇ ਇੱਥੇ ਇੱਦਾਂ ਕੁਛ ਕਰ ਰਹੇ ਆ। ਅਤੇ ਜਿਹੜੇ ਇੱਥੋਂ ਦੇ ਹੈਗੇ ਨੇ ਉਹਨਾਂ ਦੇ ਬਾਰੇ ਜਿਹੜਾ ਆ ਉਹ ਘੱਟ ਜਿਹੜਾ ਉਹਨਾਂ ਦੇ ਬਾਰੇ ਸੁਣਨ ਨੂੰ ਜਿਹੜਾ ਉਹ ਮਿਲਦਾ ਆ। ਸੋ ਉਹ ਘੱਟ ਉਸ ਦੇ ਉੱਤੇ ਜਿਹੜੀ ਤਰਜੀਹ ਦਿੰਦੇ, ਆਈ ਗੈਸ ਉਸ ਦੇ ਉੱਤੇ ਇਹਨਾਂ ਨੂੰ ਜ਼ਰੂਰ ਸਖਤੀ ਕਰਨ ਦੀ ਜਿਹੜੀ ਉਹ ਜ਼ਰੂਰਤ ਆ। ਜਿੱਥੇ ਉਹ ਇੰਨੀ ਸਖਤੀ ਇਮੀਗ੍ਰੈਂਟਸ ਇਲੀਗਲ ਵਾਲਿਆਂ ਦੇ ਉੱਤੇ ਕਰ ਰਹੇ ਆ, ਇਹਨਾਂ ਦੇ ਉੱਤੇ ਵੀ ਉੱਦਾਂ ਦੀ ਹੀ ਜਿਹੜੀ ਸਖਤੀ ਆ ਕਰਨ ਦੀ ਜ਼ਰੂਰਤ ਹੈਗੀ ਆ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੀ US ਗਵਰਨਮੈਂਟ ਆ 34 ਦਿਨ ਹੋ ਗਏ ਉਹਨੂੰ ਸ਼ਟਡਾਊਨ ਹੋਈ ਨੂੰ, ਅਤੇ ਲੱਗਦਾ ਕਹਿੰਦੇ ਵੀ ਵਾਈਟ ਹਾਊਸ ਵੱਲੋਂ ਇੱਕ ਬਿਆਨ ਆ ਰਿਹਾ ਵੀ ਹੋ ਸਕਦਾ ਇਹ 2-3 ਮਹੀਨੇ ਲਈ ਅੱਗੇ ਚਲੇ ਜਾਏ। ਪਰ ਸਭ ਤੋਂ ਜਿਹੜਾ ਹੈਰਾਨੀਕੁੰਨ ਬਿਆਨ ਕਮਰਸ ਸੈਕਟਰੀ ਜਿਹੜੇ ਵਿਲਬਰ ਰੌਸ ਆ ਉਹਨਾਂ ਵੱਲੋਂ ਆਇਆ, ਜਦੋਂ ਉਹਨਾਂ ਨੂੰ ਇੰਟਰਵਿਊ ਉਹਨਾਂ ਦੀ ਇੱਕ TV ਚੈਨਲ ਦੇ ਉੱਤੇ ਚੱਲ ਰਹੀ ਸੀ। ਉਹਨੂੰ ਪੁੱਛਿਆ ਗਿਆ ਵੀ ਤੁਹਾਨੂੰ ਪਤਾ ਵੀ ਫੈਡਰਲ ਜਿਹੜੇ ਵਰਕਰਸ ਹੈਗੇ ਆ ਉਹ ਹੋਮਲੈਸ ਸ਼ੈਲਟਰ ਨੂੰ ਵੀ ਜਾ ਰਹੇ ਆ, ਫੂਡ ਅਸਿਸਟੈਂਸ ਲੈ ਰਹੇ ਆ, ਅਤੇ ਇਹ ਆਪਣੇ ਇੱਕ ਤਰ੍ਹਾਂ ਨਾਲ ਇਹ ਬਿਲੀਅਨੇਅਰ ਇਨਵੈਸਟਰ ਹੈਗਾ ਆ, ਬਹੁਤ ਅਮੀਰ ਆ, ਜਿਹਨੂੰ ਕਮਰਸ ਸੈਕਟਰੀ ਜਿਹੜਾ ਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਬਣਾਇਆ ਗਿਆ। ਅਤੇ ਉਹਨਾਂ ਦਾ ਬਿਆਨ ਸੀ ਜੀ, ਕਹਿੰਦੇ ਇਹ ਜਿਹੜੇ ਫੈਡਰਲ ਦੇ ਇੰਪਲਾਈ ਆ ਇਹਨਾਂ ਨੂੰ ਲੋਨ ਲੈ ਲੈਣਾ ਚਾਹੀਦਾ ਆ ਬੈਂਕਾਂ ਤੋਂ, ਜਿਹੜਾ ਚਾਹੇ ਉਹ ਕ੍ਰੈਡਿਟ ਯੂਨੀਅਨ ਹੋਵੇ 1 ਮਹੀਨੇ ਲਈ ਜਾਂ 2 ਮਹੀਨੇ ਲਈ। ਸੋ ਇਹੀ ਆ ਵੀ ਜਿਹੜਾ ਅਮੀਰ ਬੰਦਾ ਆ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਗਰੀਬ ਬੰਦੇ ਨੂੰ ਤਾਂ ਵਿਚਾਰੇ ਨੂੰ ਰੋਟੀ ਦੇ ਸੰਦੇ ਪਏ ਆ, ਅਤੇ ਤੁਸੀਂ ਕਹਿੰਦੇ ਜੀ ਲੋਨ ਲੈ ਲਿਓ। ਅਤੇ ਲੋਨ ਦੇਣਾ ਕਿੰਨੇ ਆ, ਕੀ ਦੇਖ ਕੇ ਬੰਦੇ ਨੇ ਲੋਨ ਦੇਣਾ? ਉਹਨਾਂ ਕਹਿਣਾ ਵੀ ਤੁਹਾਡੀ ਗੌਰਮੈਂਟ ਛੱਡ ਆਉਣਾ, ਪਤਾ ਨਹੀਂ ਕਦੋਂ ਬਹਾਲ ਹੋਣੀ ਹੈ। ਜਿੱਦਾਂ ਦੇ ਬਿਆਨ ਹੋ ਰਹੀਆਂ, ਬਿਆਨਬਾਜ਼ੀਆਂ ਹੋ ਰਹੀਆਂ, ਅਤੇ ਉਹਨਾਂ ਕਹਿਣਾ ਵੀ ਲੋਨ ਦੀ ਭਾਈ ਕਿਸ਼ਤ ਕਿੱਦਾਂ ਮੋੜੇਗਾ? ਫਿਰ ਉਹ ਵੀ ਤਾਂ ਗੱਲ ਆ ਕਿ ਨਹੀਂ ਕਿ ਲੋਨ ਜੇ ਲੈ ਵੀ ਲਿਆ ਤਾਂ ਉਹਦੀ ਕਿਸ਼ਤ ਤਾਂ ਮੋੜਨੀ ਪੈਣੀ ਹੈ, ਕਿ ਉੱਦਾਂ ਹੀ ਜਿਹੜਾ ਪੱਕਾ ਹੀ ਜਿਹੜਾ ਦੇ ਦੇਣਾ। ਸੋ ਫੈਡਰਲ ਸਰਕਾਰ ਹੀ ਦੇ ਦੇਵੇ ਉਹਨਾਂ ਨੂੰ। ਪਰ ਅੱਜ ਜਿਹੜੇ ਹਰਜੋਤ ਸਿੰਘ ਜੀ 2 ਵੱਖਰੇ ਬਿੱਲ, ਇੱਕ ਡੈਮੋਕ੍ਰੇਟ ਪਾਰਟੀ ਵੱਲੋਂ, ਇੱਕ ਰਿਪਬਲਿਕਨ ਪਾਰਟੀ ਵੱਲੋਂ ਸੈਨੇਟ ਦੇ ਫਲੋਰ ਦੇ ਉੱਤੇ ਜਿਹੜੇ ਲਿਆਂਦੇ ਜਾਣਗੇ, ਜਿਹੜੀ ਪਾਰਸ਼ਲ ਗਵਰਨਮੈਂਟ ਸ਼ਟਡਾਊਨ ਚੱਲ ਰਹੀ ਹੈ, ਜਿਸ ਦੇ ਵਿੱਚ 8 ਲੱਖ ਇੰਪਲੋਈ ਜਿਹੜੇ ਆ ਵਿਦਆਊਟ ਪੇ ਕੰਮ ਕਰ ਰਹੇ ਨੇ ਜਾਂ ਵਿਦਆਊਟ ਪੇ ਘਰੇ ਜਿਹੜਾ ਫਰਲੋ ਦੇ ਉੱਤੇ ਨੇ। ਅਤੇ ਕਹਿੰਦੇ ਵੀ ਜੇ ਅੱਜ ਗਵਰਨਮੈਂਟ ਸ਼ਟਡਾਊਨ ਬਹਾਲ ਨਹੀਂ ਹੁੰਦੀ ਗਵਰਨਮੈਂਟ, ਤਾਂ ਕੱਲ੍ਹ ਨੂੰ ਇੱਕ ਵਾਰੀ ਫਿਰ ਜਿਹੜਾ ਪੇ ਚੈੱਕ ਦਾ ਦੇਣਾ ਉਹ ਮਿਸ ਹੋਵੇਗਾ, ਅਤੇ ਬਹੁਤ ਸਾਰੇ ਲੋਕਾਂ ਦੇ ਲਈ ਬਹੁਤ ਵੱਡੀ ਜਿਹੜੀ ਸਮੱਸਿਆਵਾਂ ਉਹ ਖੜੀਆਂ ਜਿਹੜੀਆਂ ਉਹ ਹੋ ਜਾਣਗੀਆਂ। ਆਲਰੇਡੀ ਜਿੱਦਾਂ ਦੱਸ ਰਹੇ ਹਾਂ ਵੀ 34ਵਾਂ ਦਿਨ ਅੱਜ ਗਵਰਨਮੈਂਟ ਸ਼ਟਡਾਊਨ ਦਾ ਉਹ ਚੱਲ ਰਿਹਾ ਹੈਗਾ ਆ। ਅਤੇ ਇਹ ਵੀ ਜਿਹੜੇ ਆ ਰਿਪੋਰਟਾਂ ਅਤੇ ਕਿਆਸ ਰਹੀਆਂ ਇਹੀ ਨੇ ਵੀ ਇਹ ਦੋਨੋਂ ਹੀ ਬਿੱਲ ਜਿਹੜੇ ਆ ਉਹ ਪਾਸ ਨਹੀਂ ਹੋਣਗੇ, ਕਿਉਂਕਿ 60 ਵੋਟਾਂ ਦੀ ਜਿਹੜੀ ਆ ਉਹ ਜ਼ਰੂਰਤ ਹੈਗੀ ਆ ਕਿਸੇ ਵੀ ਬਿੱਲ ਨੂੰ ਜਿਹੜਾ ਉਹ ਇਸ ਦੇ ਵਿੱਚੋਂ ਪਾਸ ਹੋਣ ਦੇ ਲਈ ਸੈਨੇਟ ਦੇ ਵਿੱਚੋਂ।
ਤੇ ਰਿਪਬਲਿਕਨਸ ਦੇ ਕੋਲ ਮੈਜੋਰਟੀ ਦੇ ਨਾਲੋਂ ਮੈਜੋਰਟੀ ਤਾਂ ਹੈਗੀ ਆ ਪਰ 60 ਵੋਟਾਂ ਨਹੀਂ ਆ। ਡੈਮੋਕ੍ਰੇਟਸ ਜਿਹੜੇ ਆਲਰੇਡੀ ਮਾਈਨੋਰਟੀ ਦੇ ਵਿੱਚ ਆ ਤੇ ਉਹਨਾਂ ਨੂੰ ਰਿਪਬਲਿਕਨ ਦਾ ਸਾਥ ਮਿਲਣਾ ਅਸੰਭਵ ਵਰਗਾ ਹੀ ਜਿਹੜਾ ਇਸ ਟਾਈਮ ਉਹ ਲੱਗ ਰਿਹਾ ਆ। ਸੋ ਗਵਰਨਮੈਂਟ ਸ਼ਟਡਾਊਨ, ਗਵਰਨਮੈਂਟ ਖੁੱਲ੍ਹਣ ਦੇ ਜਿਹੜੇ ਆ ਉਹ ਜਿਹੜੇ ਘੱਟ ਹੀ ਉਮੀਦਾਂ ਜਿਹੜੀਆਂ ਹਾਲ ਦੀ ਘੜੀ ਲੱਗ ਰਹੀਆਂ। ਅਤੇ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਵਾਈਟ ਹਾਊਸ ਵੱਲੋਂ ਇੱਦਾਂ ਦੇ ਅੰਦੇਸ਼ੇ ਜਿਹੜੇ ਆ ਰਹੇ ਆ ਵੀ ਹੋ ਸਕਦਾ ਵੀ ਇਹ 2-3 ਮਹੀਨੇ ਲਈ ਹੋਰ ਐਕਸਟੈਂਡ ਜਿਹੜੀ ਗਵਰਨਮੈਂਟ ਆ ਸ਼ਟਡਾਊਨ ਆ ਉਹ ਚੱਲ ਸਕਦੀ ਆ। ਸੋ ਦੇਖਦੇ ਹਾਂ ਕੀ ਜਿਹੜਾ ਉਹ ਇਸ ਦੇ ਵਿੱਚ ਬਣੂਗਾ। ਪਰ ਹਾਲਾਤ ਜਿਹੜੇ ਇਹਨਾਂ ਖਾਸ ਕਰਕੇ 8 ਲੱਖ ਫੈਡਰਲ ਇੰਪਲੋਈਜ਼ ਦੇ ਲਈ ਬਦ ਤੋਂ ਬਦਤਰ ਹੁੰਦੇ ਜਾ ਰਹੇ ਆ ਜੀ। ਜਿਹੜੀ ਅਗਲੀ ਖਬਰ ਹੈਗੀ ਆ ਉਹਦੇ 'ਚ ਨੈਂਸੀ ਪਲੋਸੀ ਜਿਹੜੇ ਹੈਗੇ ਆ ਲੀਡਰ, ਉਹਨਾਂ ਨੇ ਇਹ ਕਿਹਾ ਸੀ ਸਪੀਕਰ ਵੀ ਜਿਹੜੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਜਿਹੜਾ ਸਟੇਟ ਆਫ ਦਾ ਯੂਨੀਅਨ ਆ ਉਹ ਐਡਰੈਸ ਨਹੀਂ ਕਰਨਾ ਚਾਹੀਦਾ ਜਦੋਂ ਤੱਕ ਗਵਰਨਮੈਂਟ ਸ਼ਟਡਾਊਨ ਆ। ਉਸ ਤੋਂ ਬਾਅਦ ਫਿਰ ਪ੍ਰੈਜ਼ੀਡੈਂਟ ਨੇ ਕਿਹਾ ਵੀ ਮੈਂ ਤਾਂ ਕਰੂੰਗਾ, ਕਿਉਂਕਿ ਉਹਨਾਂ ਨੇ ਨੈਂਸੀ ਪਲੋਸੀ ਨੇ ਇਹ ਕਿਹਾ ਸੀ ਭਈ ਜਿਹੜੀ ਆ ਸਿਕਿਉਰਿਟੀ ਰੀਜ਼ਨ ਉੱਥੇ ਹੈਗਾ ਆ, ਕਿਉਂਕਿ ਗਵਰਨਮੈਂਟ ਸ਼ਟਡਾਊਨ ਕਰਕੇ ਬਹੁਤ ਸਾਰੇ ਜਿਹੜੇ ਇੰਪਲਾਈ ਹੈਗੇ ਸਿਕਿਉਰਿਟੀ ਦੇ ਵਿੱਚ ਉਹ ਫਰਲੋ 'ਤੇ ਹੈਗੇ ਆ। ਪਰ ਬਾਅਦ ਦੇ ਵਿੱਚ ਖਬਰਾਂ ਆਈਆਂ ਸੀਆਂ ਵੀ ਇੱਦਾਂ ਦਾ ਕੋਈ ਇਸ਼ੂ ਨਹੀਂ। ਪਰ ਹੁਣ ਉਸ ਤੋਂ ਪਹਿਲਾਂ ਸਟੇਟ ਆਫ ਦਾ ਯੂਨੀਅਨ ਐਡਰੈਸ ਕਰਨ ਤੋਂ ਪਹਿਲਾਂ ਜਿਹੜਾ ਆ ਵਾਈਟ ਹਾਊਸ ਦੇ ਕੁਛ ਆਫੀਸ਼ੀਅਲ ਜਿਹੜੇ ਆ ਉਹ ਵਿਜ਼ਿਟ ਕਰਨ ਗਏ, ਪ੍ਰੀ ਚੈੱਕ ਕਰਨ ਗਏ ਅਤੇ ਉਹਨਾਂ ਨੂੰ ਕਹਿੰਦੇ ਉੱਥੇ ਰੋਕਿਆ ਗਿਆ। ਅਤੇ ਅੱਜ ਜਿਹੜਾ ਬਿਆਨ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਆ ਰਿਹਾ ਵੀ ਉਹ ਹੁਣ ਸਟੇਟ ਆਫ ਦਾ ਯੂਨੀਅਨ ਐਡਰੈਸ ਨਹੀਂ ਕਰਨਗੇ ਜਦੋਂ ਤੱਕ ਜਿਹੜੀ ਆ US ਗਵਰਨਮੈਂਟ ਦਾ ਸ਼ਟਡਾਊਨ ਚੱਲ ਰਿਹਾ ਹੈਗਾ ਆ। ਬਿਲਕੁਲ। ਸੋ ਨੈਂਸੀ ਪਲੋਸੀ ਨੇ ਕੱਲ੍ਹ ਇੱਕ ਚਿੱਠੀ ਜਿਹੜੀ ਆ ਉਹ ਜਾਰੀ ਕੀਤੀ ਸੀ, ਜਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਵੀ ਜਦੋਂ ਗਵਰਨਮੈਂਟ ਸ਼ਟਡਾਊਨ ਦੇ ਸ਼ੁਰੂਆਤੀ ਦਿਨ ਸੀ ਉਦੋਂ ਉਹਨਾਂ ਨੇ ਸੱਦਾ ਦਿੱਤਾ ਸੀਗਾ ਵੀ ਆਓ ਗੱਲਬਾਤ ਕਰਦੇ ਹਾਂ, ਨਾਲੇ ਇਹ ਸ਼ਟਡਾਊਨ ਨੂੰ ਕਿੱਦਾਂ ਹਟਾਉਣਾ ਆ ਅਤੇ ਨਾਲੇ ਜਿਹੜੀ ਹੈ ਤੁਸੀਂ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਲਈ। ਪਰ ਉਦੋਂ ਵੀ ਜਿਹੜੀ ਹੈ ਕੋਈ ਇਹਨਾਂ ਦੀ ਗੱਲਬਾਤ ਨਾ ਹੋ ਸਕੀ। ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਦੁਬਾਰਾ ਉਹਨਾਂ ਨੇ ਸੱਦਾ ਦਿੱਤਾ ਸੀ ਤਾਂ ਵੀ ਨਹੀਂ ਜਿਹੜੇ ਰਾਸ਼ਟਰਪਤੀ ਟਰੰਪ ਉੱਥੇ ਗਏ। ਸੋ ਉਸ ਤੋਂ ਬਾਅਦ ਦੇ ਵਿੱਚ ਫਿਰ ਜਿੱਦਾਂ ਆਪਾਂ ਨੂੰ ਪਤਾ ਹੈ ਵੀ ਪਿਛਲੇ ਵੀਕ ਦੇ ਵਿੱਚ ਉਹਨਾਂ ਨੇ ਇਹ ਸੰਭਾਵਨਾ ਜਿਹੜੀ ਜ਼ਾਹਰ ਕੀਤੀ ਸੀ, ਉਹਨਾਂ ਨੇ ਕਿਹਾ ਹੀ ਸੀਗਾ ਵੀ ਇੱਦਾਂ ਨਾ ਕਰੋ। ਅਤੇ ਰਾਸ਼ਟਰਪਤੀ ਟਰੰਪ ਨੇ ਇਨਫੈਕਟ ਉਹਨਾਂ ਦੇ ਜਿਹੜੇ ਇੰਟਰਨੈਸ਼ਨਲ ਜਿਹੜਾ ਉਹਨਾਂ ਨੇ ਜਾਣਾ ਸੀਗਾ ਉਹੀ ਰੱਦ ਕਰ ਦਿੱਤਾ ਸੀ। ਉਹਨਾਂ ਦਾ ਪ੍ਰੋਗਰਾਮ ਜਿਹੜਾ ਅਫਗਾਨਿਸਤਾਨ ਦੇ ਵਿੱਚ ਉਹਨਾਂ ਨੇ ਮਿਲਣ ਜਾਣਾ ਸੀਗਾ ਫੌਜੀਆਂ ਨੂੰ, ਨੈਂਸੀ ਪਲੋਸੀ ਨੇ। ਅਤੇ ਕੱਲ੍ਹ ਨੂੰ ਜਿਹੜਾ ਉਹਨਾਂ ਨੇ ਟੋਟਲੀ ਮਨਾ ਕਰ ਦਿੱਤਾ, ਕਹਿੰਦੇ ਹਾਊਸ ਦੇ ਵਿੱਚ ਅਸੀਂ ਤੁਹਾਨੂੰ ਇੱਕ ਹਿਸਾਬ ਦੇ ਨਾਲ ਸੱਦਾ ਨਹੀਂ ਦਿੰਦੇ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਲਈ। ਅਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਰਾਸ਼ਟਰਪਤੀ ਵੀ ਜਿਹੜੇ ਉਹ ਮੰਨੇ ਹੋਏ ਨੇ, ਜਾਂ ਤਾਂ ਹੁਣ ਦੋਨੋਂ ਹੀ ਬਹੁਤ ਬਿਟਰ ਨੇ, ਬਹੁਤ ਜ਼ਿਆਦਾ ਇੱਕ ਦੂਜੇ ਤੋਂ ਇੱਕ ਹਿਸਾਬ ਨਾਲ ਨਫ਼ਰਤ ਆ ਵੀ ਤੇਰੀ ਗੱਲ ਮੈਂ ਨਹੀਂ ਮੰਨਣੀ ਅਤੇ ਮੇਰੀ ਗੱਲ ਤੂੰ ਉਹਨੇ ਨਹੀਂ ਮੰਨਣੀ। ਸੋ ਦੇਖਦੇ ਹਾਂ ਜਿਹੜਾ ਕੀ ਬਣਦਾ ਆ। ਪਰ ਜਿੱਦਾਂ ਦੇ ਇਸ਼ਾਰੇ ਆ, ਜਿੱਦਾਂ ਦੀਆਂ ਚੀਜ਼ਾਂ ਬਣ ਰਹੀਆਂ, ਹਰਜੋਤ ਸਿੰਘ ਜੀ, ਲੱਗਦਾ ਨਹੀਂ ਅਜੇ ਵੀ ਹਾਲ ਦੀ ਘੜੀ ਕੋਈ ਜਿਹੜੀ ਸਰਕਾਰ ਆ ਉਸ ਨੂੰ ਬਹਾਲ ਕਰਨ ਵੱਲ ਜਿਹੜੇ ਕੋਈ ਕਦਮ ਆ ਦੋਨਾਂ ਪਾਸਿਆਂ ਤੋਂ ਜਿਹੜੇ ਉਹ ਚੱਕੇ ਜਾ ਰਹੇ ਆ। ਇਹ ਦੇਖੋ ਮੰਨਣਾ ਪੈਣਾ ਆ, ਚਾਹੇ ਹੁਣ ਕੋਈ ਵੀ ਜਿਹੜੇ ਦੋਨੋਂ ਪਾਸੇ ਵਾਲੇ ਕਹਿਣ ਵੀ ਮੈਂ ਹੀ ਠੀਕ ਆ ਉਹ ਗਲਤ ਨੇ, ਪਰ ਹੁਣ ਕਿਤੇ ਨਾ ਕਿਤੇ ਇਹ ਕੌੜਾ ਘੁੱਟ ਜਿਹੜਾ ਭਰ ਕੇ ਦੋਨਾਂ ਨੂੰ ਇੱਕ ਇੱਕ ਕਦਮ ਇੱਕ ਦੂਜੇ ਵੱਲ ਜਿਹੜਾ ਉਹ ਵਧਾ ਕੇ ਹੀ ਜਿਹੜਾ ਕਿਤੇ ਨਾ ਕਿਤੇ ਸੈਂਟਰ ਦੇ ਵਿੱਚ ਆ ਕੇ ਇਸ ਜਿਹੜੀ ਸਰਕਾਰ ਨੂੰ ਬਹਾਲ ਕਦਮ ਜਿਹੜੇ ਉਹ ਚੁੱਕਣੇ ਪੈਣਗੇ। ਜੀ ਬਿਲਕੁਲ। ਸੋ ਇਸ ਤਰ੍ਹਾਂ ਵੀ ਨਹੀਂ ਲੱਗ ਰਿਹਾ ਵੀ ਪ੍ਰੈਜ਼ੀਡੈਂਟ ਟਰੰਪ ਬੈਕਡਾਊਨ ਕਰਨਗੇ, ਅਤੇ ਜਿਹੜੇ ਸਪੀਕਰ ਆ ਉਹਨਾਂ ਨੇ ਵੀ ਪੂਰਾ ਸਟੈਂਡ ਲਿਆ ਹੋਇਆ। ਸੋ ਅਨਫੋਰਚੂਨੇਟ ਪਾਰਟ ਇਹ ਆ ਵੀ ਪੂਰੀ ਤਰ੍ਹਾਂ US ਦੇ ਵਿੱਚ ਜਿਹੜੀ ਗਵਰਨਮੈਂਟ ਆ ਉਹ ਡਿਵਾਈਡ ਹੋਈ ਪਈ ਹੈਗੀ ਆ। ਕੋਈ ਵੀ ਇਹ ਜਿਹੜਾ ਸੋਲੂਸ਼ਨ ਨਹੀਂ ਕਰ ਰਿਹਾ ਵੀ ਗਵਰਨਮੈਂਟ ਓਪਨ ਹੋਵੇ। ਟਰਾਈ ਤਾਂ ਹੋ ਰਹੀ ਆ ਪਰ ਜਿਹੜੀ ਵਿਲ ਦੋਨਾਂ ਦੀ ਹੈ ਨਹੀਂ। ਅਤੇ ਨਾਲ ਦੀ ਨਾਲ ਜਿਹੜਾ ਆ ਵੀ ਇਹਦਾ ਆਉਣ ਵਾਲੇ ਸਮੇਂ ਦੇ ਉੱਤੇ ਇਕੋਨਮੀ ਦੇ ਉੱਤੇ ਕਿੰਨਾ ਕੁ ਅਸਰ ਪੈਣਾ ਹੈਗਾ ਆ। ਇਮੀਗ੍ਰੇਸ਼ਨ ਦਾ ਜਿਹੜਾ ਮੇਨ ਇਸ਼ੂ USA ਦੇ ਵਿੱਚ ਹੈਗਾ ਆ ਉਹਦੇ ਉੱਤੇ ਕਿਸ ਤਰ੍ਹਾਂ ਵਰਕਆਊਟ ਹੋਣਾ ਆ, ਇਹ ਹੁਣ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੂਗਾ। ਜੀ ਜੀ ਜੀ। ਅਗਲੀ ਜਿਹੜੀ ਖਬਰ ਆ ਹਰਜੋਤ ਸਿੰਘ ਜੀ, ਨਾਰਥ ਕੋਰੀਆ ਵੱਲੋਂ ਜਿਹੜੀ ਉੱਥੋਂ ਆ ਰਹੀ ਆ, ਕਹਿੰਦੇ ਕਿਮ ਯੋਂਗ ਉਨ ਉਸਨੇ ਆਪਣੇ ਮੁਲਕ ਦੇ ਵਿੱਚ ਜਿਹੜੇ ਆਰਡਰ ਕਰ ਦਿੱਤੇ ਆ, ਆਦੇਸ਼ ਜਾਰੀ ਕਰ ਦਿੱਤੇ ਆ ਵੀ ਜਿਹੜੀ ਨਵੀਂ ਟਰੰਪ ਸਮਿਟ ਨਾਲ ਜਿਹੜੀ ਹੋਣੀ ਆ ਵੀ ਉਸ ਦੇ ਲਈ ਤਿਆਰੀਆਂ ਵਿੱਢਣੀਆਂ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ ਜਾਣ। ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਜਿਹੜੀ ਆ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਜਾਣਕਾਰੀ ਉਹ ਕਿਤੇ ਨਾ ਕਿਤੇ ਦਿੱਤੀ ਆ। ਉਹਨਾਂ ਨੇ ਐਸੋਸੀਏਟ ਪ੍ਰੈਸ ਦੇ ਨਾਲ ਇਹ ਗੱਲਬਾਤ ਆ ਉਹ ਕੀਤੀ ਸੀਗੀ। ਸੋ ਹੁਣ ਕਹਿੰਦੇ ਆ ਵੀ ਜਦੋਂ ਉਹਨਾਂ ਨੂੰ ਪਰਸਨਲ ਲੈਟਰ ਰਾਸ਼ਟਰਪਤੀ ਟਰੰਪ ਦੇ ਦੁਆਰਾ ਜਿਹੜੇ ਕਿਮ ਯੋਂਗ ਉਨ ਨੂੰ ਮਿਲੀ ਆ ਅਤੇ ਉਹਨਾਂ ਨੇ ਬੜੀ ਜਿਹੜਾ ਕਹਿ ਲਓ ਵੀ ਸੈਟਿਸਫੈਕਸ਼ਨ ਜ਼ਾਹਰ ਕੀਤੀ ਆ ਵੀ ਹਾਂ ਵਧੀਆ ਚੀਜ਼ ਜਿਹੜੀ ਹੋਈ ਆ।
ਤੇ ਉਹ ਕਹਿੰਦੇ ਬੜਾ ਵਧੀਆ ਬੋਲੇ ਨੇ ਰਾਸ਼ਟਰਪਤੀ ਟਰੰਪ ਦੇ ਪ੍ਰਤੀ। ਤੇ ਦੇਖਦੇ ਹਾਂ ਵੀ ਹੁਣ ਅਗਲੀ ਜਿਹੜੀ ਆ ਸਮਿਟ ਕਦੋਂ ਤੇ ਕਿੱਥੇ ਜਿਹੜੀ ਆ ਉਹ ਹੋ ਸਕਦੀ ਹੈ। ਰਾਸ਼ਟਰਪਤੀ ਟਰੰਪ ਨੇ ਉਦੋਂ ਇਸ਼ਾਰਾ ਕੀਤਾ ਸੀ ਫਰਵਰੀ ਦੇ ਅਖੀਰ ਤੱਕ ਜਿਹੜੀ ਆ ਸਮਿਟ ਹੋਵੇਗੀ। ਪਰ ਨਾਲ ਦੇ ਨਾਲ ਇੱਧਰ ਜਿਹੜੀ ਗਵਰਨਮੈਂਟ ਸ਼ਟਡਾਊਨ ਚੱਲ ਰਹੀ ਆ ਅਤੇ ਉੱਧਰ ਕੀ ਸੰਭਾਵੀ ਰੂਪ ਦੇ ਵਿੱਚ ਅੰਤਰਰਾਸ਼ਟਰੀ ਜਿਹੜੀ ਟ੍ਰਿਪ ਆ ਉਹ ਉਹਨਾਂ ਦਾ ਹੋ ਸਕੂਗਾ, ਕਿਉਂਕਿ ਰੌਲਾ ਗੌਲਾ ਇੱਧਰ ਬਹੁਤ ਪਊਗਾ। ਫਿਰ ਪਹਿਲਾਂ ਹੀ ਆਲਰੇਡੀ ਇੰਨਾ ਜਿਹੜਾ ਉਹ ਪੈ ਰਿਹਾ ਆ ਅਤੇ ਉਹ ਸਟੱਕ ਹੋਏ ਪਏ ਨੇ, ਗੋਲਫ ਨਹੀਂ ਖੇਡ ਸਕਦੇ ਵਿਚਾਰੇ, ਹੁਣ ਕਿੰਨੇ ਚਿਰ ਹੋ ਗਿਆ ਆ ਉਹਨਾਂ ਨੂੰ ਖੇਡੀ ਨੂੰ ਮੈਨੂੰ ਲੱਗਦਾ। ਅਤੇ ਉਹ ਬੜੀ ਉਹਨਾਂ ਦੀ ਸਮੱਸਿਆ ਜਿਹੜੀ ਇਸ ਟਾਈਮ ਇੱਧਰ ਚੱਲ ਰਹੀ ਹੈ, ਸਿਆਸੀ ਭੁਚਾਲ ਜਿਹੜਾ ਆ ਬਣਿਆ ਪਿਆ ਗਵਰਨਮੈਂਟ ਸ਼ਟਡਾਊਨ ਦੇ ਕਰਕੇ। ਅਤੇ ਦੇਖਦੇ ਹਾਂ ਵੀ ਇਹ ਕਿਸ ਪਾਸੇ ਵੱਲ ਨੂੰ ਬਣੂਗੀ, ਕਿ ਫਰਵਰੀ ਦੇ ਅਖੀਰ ਤੱਕ ਗਵਰਨਮੈਂਟ ਸ਼ਟਡਾਊਨ ਉਹ ਹਟ ਕੇ ਅਤੇ ਇਸ ਪਾਸੇ ਵੱਲ ਨੂੰ ਕਦਮ ਵਧਣਗੇ। ਅਤੇ ਨਾਲੇ ਇਹ ਵੀ ਬਹੁਤ ਜ਼ਰੂਰੀ ਹੋਊਗਾ ਹਰਜੋਤ ਸਿੰਘ ਜੀ ਵੀ ਇਕੱਲੀ ਸਮਿਟ ਫੋਟੋ ਆਪ ਹੀ ਬਣ ਕੇ ਜਿਹੜੀ ਪਿਛਲੀ ਵਾਰ ਵਾਂਗੂ ਨਾ ਰਹਿ ਜਾਵੇ, ਅਤੇ ਕੁਛ ਨਾ ਕੁਛ ਜਿਹੜੇ ਨਾਰਥ ਕੋਰੀਆ ਵਾਲੇ ਵੀ ਜਿਹੜੇ ਵਾਕਿਆ ਹੀ ਕੋਈ ਕਦਮ ਚੱਕਣ ਵੀ ਜਿਹੜਾ ਪਰਮਾਣੂ ਰਹਿਤ ਹੋਣ ਦੇ ਜਿਹੜੇ ਉਹਨਾਂ ਨੇ ਆਸ਼ਵਾਸਨ ਜਿਹੇ ਦੇਈ ਜਾਂਦੇ, ਭਰੋਸਾ ਜਿਹਾ ਜਤਾਈ ਜਾਂਦੇ ਕਰਾਂਗੇ ਪਰ ਕਰਦੇ ਕੁਛ ਨਹੀਂ ਆ, ਵੀ ਆਪਣੇ ਪੁਰਖਾਂ ਵਾਂਗੂ ਉੱਦਾਂ ਹੀ ਜਿਹੜੀਆਂ ਲੋਕਾਂ ਦੇ ਅੱਖਾਂ 'ਚ ਘੱਟਾ ਹੀ ਨਾ ਪਾਈ ਜਾਣ। ਜੀ, ਅਗਲੀ ਖਬਰ ਜਿਹੜੀ ਚੱਲੀਏ ਉਹਦੇ ਵੱਲ, ਨੇਟਿਵ ਅਮਰੀਕਨ ਐਕਟਿਵਿਸਟ ਜਿਹੜਾ ਨਾਥਨ ਫਿਲਿਪਸ ਆ, ਉਹਦੀ ਜਿਹੜੀ ਕਨਫਰੰਟਰੇਸ਼ਨ ਹੋਈ ਸੀ ਕੁਛ ਜਿਹੜੇ ਵਾਈਟ ਕਿਡਸ ਸੀਗੇ ਕੋਵਿੰਗਟਨ ਕੈਥੋਲਿਕ ਹਾਈ ਸਕੂਲ ਦੇ, ਉਹ ਹੁਣ ਵਾਇਰਲ ਹੋ ਰਹੀ ਆ। ਸਭ ਤੋਂ ਪਹਿਲਾਂ ਮੀਡੀਆ ਵੱਲੋਂ ਇਹ ਸ਼ੋਅ ਕੀਤਾ ਗਿਆ ਸੀ ਵੀ ਜਿਹੜੇ ਉਹ ਉਸ ਸਕੂਲ ਦੇ ਬੱਚੇ ਸੀਗੇ ਉਹ ਉਸ ਨੂੰ ਜਿਹੜਾ ਆ ਨਾਥਨ ਫਿਲਿਪਸ ਆ ਉਹਨੂੰ ਜਿਹੜਾ ਗਲਤ ਜਿਹੜੀ ਉਹਦੇ ਬਾਰੇ ਟੌਂਟ ਕਰ ਰਹੇ ਸੀ। ਇੱਕ ਤਾਂ ਇਹ ਆ ਵੀ ਉਹ ਨੇਟਿਵ ਅਮਰੀਕਨ ਹੈ ਅਤੇ ਦੂਸਰਾ ਉਹ ਵੀਅਤਨਾਮ ਵੈਟਰਨ ਆ। ਪਰ ਬਾਅਦ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਹੋਈ, ਇਹ ਪਤਾ ਲੱਗਿਆ ਉਹ ਜਿਹੜਾ ਨਾਥਨ ਫਿਲਿਪਸ ਸੀ ਉਹ ਖੁਦ ਉਹ ਬੱਚਿਆਂ ਦੇ ਵਿੱਚ ਗਿਆ। ਕਹਿੰਦਾ ਵੀ ਉੱਥੇ ਕੁਛ ਕਾਲੇ ਮੂਲ ਦੇ ਬੱਚੇ ਸੀਗੇ, ਉਹ ਜਿਹੜੇ ਵਾਈਟ ਕਲਰ ਦੇ ਜਿਹੜੇ ਬੱਚੇ ਸੀ ਉਹਨਾਂ ਦੇ ਨਾਲ ਜਿਹੜੀ ਆ ਫਾਈਟ ਕਰ ਰਹੇ ਸੀ, ਮੈਂ ਉਹਨਾਂ ਨੂੰ ਛਡਾਉਣ ਲਈ ਗਿਆ ਸੀ। ਅਤੇ ਹੁਣ ਜਿਹੜੀ ਆ ਖਬਰ ਆ ਰਹੀ ਆ ਵੀ ਜਿਹੜਾ ਨਾਥਨ ਫਿਲਿਪਸ ਆ, ਨਾ ਤਾਂ ਉਹ ਵੀਅਤਨਾਮ ਦਾ ਵੈਟਰਨ ਆ ਅਤੇ ਕਹਿੰਦੇ ਜੇਲ੍ਹ 'ਚ ਵੀ ਜਾ ਚੁੱਕਾ ਹੈਗਾ ਆ ਅਤੇ ਐਕਟਿਵਿਸਟ ਹੈਗਾ ਆ। ਸੋ ਕੁਛ ਵੀ ਹੋਵੇ ਭਈ ਬਿਨਾਂ ਕਿਸੇ ਗੱਲ ਤੋਂ ਜਿਹੜੇ ਬੱਚੇ ਆ ਸਕੂਲ ਦੇ ਉਹਨਾਂ ਨੂੰ ਜਿਹੜਾ ਆ ਇੱਕ ਤਰ੍ਹਾਂ ਨਾਲ ਇਸ ਪੋਲੀਟੀਕਲ ਜਿਹੜੀ ਲੜਾਈ ਚੱਲ ਰਹੀ ਆ ਉਹਦੇ ਵਿੱਚ ਘਸੀਟਿਆ ਗਿਆ। ਇੱਕ ਵੱਡਾ ਸਵਾਲ ਇਹ ਆ ਵੀ ਇਹ ਪ੍ਰਾਈਵੇਟ ਸਕੂਲ ਵਾਲੇ ਉੱਥੇ ਕੀ ਕਰਨ ਗਏ ਸੀਗੇ? ਉਹਨਾਂ ਨੂੰ ਜਿਹੜੀ ਆ ਗੌਰਮੈਂਟ ਜਿਹੜੀ ਸ਼ਟਡਾਊਨ ਆ ਉਸ ਦੇ ਨਾਲ ਕੀ ਜਿਹੜਾ ਉਹ ਸੰਬੰਧ, ਉਹਨਾਂ ਦਾ ਤਾਂ ਵੱਖਰਾ ਟੋਟਲੀ ਜਿਹੜਾ ਸਿਸਟਮ ਉਹ ਪਬਲਿਕ ਸਕੂਲ ਦੇ ਵੀ ਨਹੀਂ ਸੀਗੇ। ਅਤੇ ਇੱਦਾਂ ਆ। ਅਤੇ ਮੈਂ ਇਹ ਵੀ ਦੇਖ ਰਿਹਾ ਸੀ ਹਰਜੋਤ ਸਿੰਘ ਜੀ ਵੀ ਦੋਨੋਂ ਹੀ ਪਾਸਿਓਂ ਜਿਹੜੀਆਂ ਆ ਉਹ ਗੱਲਾਂ ਜਿਹੜੀਆਂ ਉਹ ਚੱਲ ਰਹੀਆਂ ਸੀ, ਉਹ ਉਹਨੂੰ ਦੋਸ਼ੀ ਕਹੀ ਜਾਂਦੇ ਸੀ, ਉਹਨਾਂ ਨੂੰ ਦੋਸ਼ੀ ਜਿਹੜਾ ਉਹ ਕਹੀ ਜਾ ਰਿਹਾ ਸੀਗਾ। ਅਤੇ ਜਿਹੜੇ ਇੱਕ ਚੀਜ਼ ਦੇਖੀ ਹੈ, ਰਾਸ਼ਟਰਪਤੀ ਟਰੰਪ ਨੇ ਬੜੀ ਜਲਦੀ ਇਹਨਾਂ ਬੱਚਿਆਂ ਦਾ ਜਿਹੜੀ ਪਿੱਠ ਥਾਪੜੀ ਉਹ ਬੜੀ ਜਲਦੀ ਉਹਨਾਂ ਦੀ ਸਪੋਰਟ 'ਚ ਆਏ। ਅਤੇ ਇਹ ਵੀ ਦੇਖਣ ਵਾਲੀ ਗੱਲ ਸੀ ਵੀ ਜਦੋਂ ਪਾਰਕਲੈਂਡ ਫਲੋਰੀਡਾ ਦੇ ਵਿੱਚ ਗੋਲੀਬਾਰੀ ਹੋਈ ਸੀ ਉਦੋਂ ਰਾਸ਼ਟਰਪਤੀ ਟਰੰਪ ਨੂੰ ਟਵੀਟ ਕਰਦਿਆਂ ਕਈ ਦਿਨ ਜਿਹੜੇ ਲੱਗ ਗਏ ਸੀਗੇ। ਅਤੇ ਇਹ ਬੱਚੇ ਜਿਹੜੇ ਆ ਕਿਉਂਕਿ ਇਹ ਹੁਣ ਇਹਨਾਂ ਦੇ ਹੱਕ ਵਾਲੇ ਸੀਗੇ, ਇਹਨਾਂ ਨੇ ਮੇਕ ਅਮੈਰੀਕਾ ਗ੍ਰੇਟ ਅਗੇਨ ਵਾਲੀਆਂ ਜਿਹੜੀਆਂ ਟੋਪੀਆਂ ਵੀ ਪਾਈਆਂ ਹੋਈਆਂ ਸੀ, ਉਹਨਾਂ ਦੇ ਸਪੋਰਟਰ ਸੀਗੇ। ਅਤੇ ਉਹ ਉਹਨਾਂ ਦੇ ਬੜੀ ਜਲਦੀ ਉਹਨਾਂ ਨੇ ਪਿੱਠ ਥਾਪੜੀ। ਅਤੇ ਬਾਅਦ ਦੇ ਵਿੱਚ ਇਹ ਵੀ ਸੁਣਿਆ ਗਿਆ ਵੀ ਕਹਿੰਦੇ ਵੀ ਬੱਚਿਆਂ ਦੇ ਉੱਤੇ ਬਹੁਤ ਜ਼ਿਆਦਾ ਕਿਹਾ ਗਿਆ ਆ। ਅਤੇ ਜਿਹੜੇ ਕੰਜ਼ਰਵੇਟਿਵ ਸੀ ਖਾਸ ਕਰਕੇ ਰਿਪਬਲਿਕਨ ਪਾਰਟੀ ਵਾਲੇ, ਉਹਨਾਂ ਨੇ ਕਿਹਾ ਵੀ ਬੱਚਿਆਂ ਦੇ ਦੁਆਲੇ ਇੱਦਾਂ ਨਹੀਂ ਸੀ ਹੋਣਾ ਚਾਹੀਦਾ। ਅਤੇ ਕਈ ਜਾਣੇ ਉਹਨਾਂ ਨੂੰ ਉਹ ਯਾਦ ਦਿਵਾ ਰਹੇ ਸੀ ਵੀ ਜਦੋਂ ਪਾਰਕਲੈਂਡ ਦੇ ਵਿੱਚ ਸ਼ੂਟਿੰਗ ਹੋਈ ਸੀ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਕੁਛ ਬੱਚੇ ਐਕਟਿਵਿਸਟ ਉੱਤੋਂ ਨਿਕਲੇ ਸੀ ਵੀ ਉਹਨੂੰ ਕੰਜ਼ਰਵੇਟਿਵ ਲੋਕ ਕਿੱਦਾਂ ਜਿਹੜੀਆਂ ਆ ਉਹ ਗਾਲਾਂ ਕੱਢ ਰਹੇ ਸੀ, ਕਿਉਂਕਿ ਉਹ ਗਨ ਬੈਨ ਕਰਨ ਦੀਆਂ ਜਿਹੜੀਆਂ ਉਹ ਗੱਲਾਂ ਕਰ ਰਹੇ ਸੀਗੇ। ਅਤੇ ਕਹਿੰਦੇ ਵੀ ਹੁਣ ਤੁਹਾਨੂੰ ਇਹ ਬੱਚੇ ਜਿਹੜੇ ਆ ਉਹ ਠੀਕ ਲੱਗਦੇ ਨੇ ਅਤੇ ਉਦੋਂ ਉਹਨਾਂ ਬਾਰੇ ਤੁਸੀਂ ਜਿਹੜਾ ਆ ਕਿਸ ਤਰੀਕੇ ਦੇ ਨਾਲ ਬਿਆਨਬਾਜ਼ੀਆਂ ਕਰ ਰਹੀਆਂ। ਮੈਂ ਇਹ ਨਹੀਂ ਕਹਿੰਦਾ ਵੀ ਜੋ ਇਹਨਾਂ ਦੇ ਪ੍ਰਤੀ ਜੋ ਇਹਨਾਂ ਨੂੰ ਮਾੜਾ ਬੋਲ ਰਿਹਾ ਵੀ ਉਹ ਚੰਗੇ ਆ, ਇਹ ਦੋਨੋਂ ਹੀ ਪਾਸੇ ਜਿਹੜਾ ਸਮਝਣ ਦੀ ਜ਼ਰੂਰਤ ਆ। ਆਪਣੀ ਵਾਰੀ ਹਰ ਇੱਕ ਜਾਣਾ ਜਿਹੜਾ ਇਹ ਕਹਿੰਦਾ ਆ ਵੀ ਸਿਰਫ ਅਸੀਂ ਹੀ ਠੀਕ ਆ, ਦੂਜੇ ਪਾਸੇ ਵਾਲੇ ਬੰਦੇ ਜਿਹੜੇ ਹਮੇਸ਼ਾ ਹੀ ਗਲਤ ਆ। ਇਹ ਦੋਨੋਂ ਹੀ ਪਾਸੇ ਚਾਹੇ ਲੈਫਟ ਆ ਅਤੇ ਚਾਹੇ ਰਾਈਟ ਆ, ਉਹਨਾਂ ਨੂੰ ਇਸ ਚੀਜ਼ ਨੂੰ ਸਮਝਣ ਦੀ ਜ਼ਰੂਰਤ ਹੈਗੀ ਆ ਵੀ ਇਹਦੇ ਨਾਲ ਜਿਹੜੀ ਆ ਚੀਜ਼ ਨਿਊਟਰਲ ਨਹੀਂ ਹੋ ਰਹੀ, ਇਸ ਦੇ ਨਾਲ ਜਿਹੜਾ ਵਿਖਰਾਵ ਅਤੇ ਇਹਦੇ ਨਾਲ ਜਿਹੜੀ ਵੰਡ ਆ ਅਮਰੀਕਾ ਦੀ ਉਹ ਵੱਧ ਰਹੀ ਆ, ਘਟ ਨਹੀਂ ਰਹੀ। ਜੀ, ਅਗਲੀ ਖਬਰ ਵੱਲ ਚੱਲੀਏ। ਕੁਛ ਦਿਨ ਪਹਿਲਾਂ ਜਿਹੜੀ ਇੱਕ ਜੇਮੀ ਕਲੌਸ ਨਾਮ ਦੀ ਜਿਹੜੀ 13 ਸਾਲਾਂ ਦੀ ਬੱਚੀ ਸੀ, ਜਿਸ ਨੂੰ ਜਿਹੜਾ ਆ ਜਨਵਰੀ 10 ਨੂੰ ਜਿਹੜੀ ਆ ਉਹ ਲੱਭੀ ਗਈ ਸੀ। ਅਕਤੂਬਰ ਦੇ ਵਿੱਚ ਉਸ ਨੂੰ ਕਿਡਨੈਪ ਕਰ ਲਿਆ ਸੀ ਅਤੇ ਉਸ ਟਾਈਮ ਦੇ ਉੱਤੇ ਜਿਹੜੇ ਉਹਦੇ ਫਾਦਰ ਅਤੇ ਮਦਰ ਆ ਉਹਨਾਂ ਨੂੰ ਗੋਲੀ ਦੇ ਨਾਲ ਮਾਰ ਦਿੱਤਾ ਗਿਆ ਸੀ। ਹੁਣ ਕਹਿੰਦੇ ਆ ਵੀ ਜਿਹੜੀ ਜੇਮੀ ਕਲੌਸ ਆ ਉਹਨਾਂ ਨੂੰ $25,000 ਦਾ ਜਿਹੜਾ ਇਨਾਮ ਆ ਉਹ ਦਿੱਤਾ ਜਾਊਗਾ। ਜਿਹੜਾ ਇਨਾਮ ਆ ਜਿੱਥੇ ਉਹਦੇ ਪੇਰੈਂਟਸ
ਕੰਮ ਕਰਦੇ ਸੀਗੇ। ਉਸ ਦੀ ਕੰਪਨੀ ਵੱਲੋਂ ਜਿਹੜਾ ਪਹਿਲਾਂ FBI ਵੱਲੋਂ $25,000 ਦਾ ਨਾਮ ਰੱਖਿਆ ਗਿਆ ਸੀ ਅਤੇ ਬਾਅਦ ਦੇ ਵਿੱਚ ਉਹ ਡਬਲ ਹੋ ਗਿਆ ਸੀ। ਅਤੇ ਜਿਹੜੇ ਨੇਬਰਸ ਆ ਉਹਨਾਂ ਨੇ ਹੀ ਹੈਲਪ ਕੀਤੀ ਸੀ ਜੇਮੀ ਨੂੰ ਪੁਲਿਸ ਦੇ ਕੋਲ ਪਹੁੰਚਾਉਣ ਦੀ, ਜਦੋਂ ਬਾਅਦ ਦੇ ਵਿੱਚ ਉਹ ਇੱਕ ਜਿਹੜਾ ਵਾਈਲਡ ਏਰੀਆ ਉੱਥੇ ਮਿਲੀ ਸੀਗੀ ਤੁਰੀ ਜਾਂਦੀ। ਅਤੇ ਹੁਣ ਉਹ ਕਹਿੰਦੀ ਵੀ ਬੜੀ ਬਹਾਦਰੀ ਦੇ ਨਾਲ ਜਿਸ ਬੰਦੇ ਨੇ ਉਹਨੂੰ ਕਿਡਨੈਪ ਕੀਤਾ ਸੀ ਉਹ ਤੋਂ 88 ਦਿਨਾਂ ਬਾਅਦ ਉਹ ਛੁੱਟ ਕੇ ਬਾਹਰ ਆਈ ਅਤੇ ਉਸ ਨੂੰ ਹੁਣ ਜਿਹੜਾ ਆ $25,000 ਦਾ ਜਿਹੜਾ ਇਨਾਮ ਆ ਉਹ ਦਿੱਤਾ ਜਾਊਗਾ। ਜੀ ਬਿਲਕੁਲ। ਅਤੇ ਜਿਹੜੇ ਨੇਬਰਸ ਉਹਨਾਂ ਨੇ ਕਿਹਾ ਵੀ ਹਾਂ ਵੀ ਉਹਨੂੰ ਹੀ ਜਿਹੜਾ ਇਨਾਮ ਜਾਵੇ। ਅਤੇ ਇਹ ਕੰਪਨੀ ਹਾਰਮਲ ਫੂਡਸ ਉਹ ਆ ਕਹਿੰਦੇ ਜਿੱਥੇ ਉਹਦੇ ਜੇਮੀ ਕਲੌਸ ਦੇ ਮਾਫੀ ਚਾਹੁੰਦਾ ਵੀ ਉਸ ਦੇ ਜਿਹੜੇ ਪੇਰੈਂਟਸ ਆ ਉਹ ਕੰਮ ਕਰਦੇ ਸੀ, ਉਹਨਾਂ ਨੇ ਜਿਹੜਾ ਇਸ ਨੂੰ ਇਨਾਮ ਵੀ ਜਿਹੜਾ ਉਹ ਰੱਖਿਆ ਸੀਗਾ। 88 ਦਿਨ ਤੱਕ ਜਿਹੜਾ ਆ ਉਸਨੂੰ ਕਿਡਨੈਪ ਕਰਕੇ ਜਿਹੜਾ ਉਹ ਰੱਖਿਆ ਹੋਇਆ ਸੀਗਾ। ਅਤੇ ਡੌਗ ਨੂੰ ਵਾਕ ਕਰ ਰਹੀ ਸੀਗੀ ਉਸਦੀ ਨੇਬਰ, ਜਦ ਉਸ ਨੂੰ ਇਸ ਦੇ ਬਾਰੇ ਜਿਹੜੀ ਸੂਹ ਲੱਗੀ ਤਾਂ ਫਿਰ ਪੁਲਿਸ ਨੂੰ ਜਿਹੜਾ ਆ ਉਹ ਪਤਾ ਲੱਗਾ, ਦੱਸਿਆ ਗਿਆ ਅਤੇ ਉਸ ਨੂੰ ਉੱਥੋਂ ਜਿਹੜਾ ਛਡਾਇਆ ਗਿਆ। 21 ਸਾਲਾਂ ਦਾ ਜੇਕ ਪੈਟਰਸਨ ਉਸ ਨੇ ਜਿਹੜਾ ਆ ਇਸ ਨੂੰ ਹਿਰਾਸਤ ਨਹੀਂ ਕਹਿ ਸਕਦੇ, ਉਸ ਨੂੰ ਕਿਡਨੈਪ ਕਰਕੇ ਅਪਹਰਨ ਕਰਕੇ ਜਿਹੜਾ ਉਸਨੇ ਰੱਖਿਆ ਹੋਇਆ ਸੀਗਾ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਦੇ ਜਿਹੜੇ ਫਾਰਮਰ ਲਾਇਰ ਹੈਗੇ ਆ ਮਾਈਕਲ ਕੋਹਨ, ਉਹਨਾਂ ਨੂੰ ਉਹ ਕਹਿੰਦੇ ਵੀ ਮੈਂ ਜਿਹੜੀ ਕਾਂਗਰਸ ਦੇ ਸਾਹਮਣੇ ਮੇਰੀ ਹੀਅਰਿੰਗ ਹੋਣੀ ਸੀ ਉਹਨੂੰ ਪੋਸਟਪੋਨ ਕਰਨ ਜਾ ਰਿਹਾ ਕਿਉਂਕਿ ਮੈਨੂੰ ਬਹੁਤ ਸਾਰੀਆਂ ਡੈਥ ਥ੍ਰੈਟਸ ਆਈਆਂ ਹੈਗੀਆਂ ਆ। ਅਤੇ ਪ੍ਰੈਜ਼ੀਡੈਂਟ ਦੇ ਸਟਾਫ ਵੱਲੋਂ ਅਤੇ ਪਲੱਸ ਰੂਡੀ ਜੁਲਿਆਨੀ ਵੱਲੋਂ ਜਿਹੜੇ ਉਹਨਾਂ ਦੇ ਵਕੀਲ ਆ, ਪਰ ਹੁਣ ਜਿਹੜੀ ਆ ਡੈਮੋਕ੍ਰੇਟਸ ਆ ਉਹ ਕੰਸੀਡਰ ਕਰ ਰਹੇ ਵੀ ਜਿਹੜਾ ਸਪੀਨਾ ਕੀਤਾ ਜਾਵੇ ਕੋਹਨ ਨੂੰ, ਤਾਂ ਕਿ ਜਿਹੜਾ ਉਸ ਨੂੰ ਅਲਟੀਮੇਟਲੀ ਕਾਂਗਰਸ ਦੇ ਸਾਹਮਣੇ ਪੇਸ਼ ਹੋਣਾ ਪਊਗਾ। ਅਗਲੇ ਮਹੀਨੇ ਜਿਹੜੀ ਆ ਉਹਨਾਂ ਦੀ ਜਿਹੜੀ ਜੇਲ੍ਹ ਯਾਤਰਾ ਆ ਉਹ ਸ਼ੁਰੂ ਹੋਣੀ ਆ। ਬਿਲਕੁਲ, ਆਲਰੇਡੀ ਸਪੀਨਾ ਜਿਹੜਾ ਹਰਜੋਤ ਸਿੰਘ ਜੀ ਕਹਿੰਦੇ ਕਰ ਦਿੱਤਾ ਆ। ਜਿਹੜੀ ਸੈਨੇਟ ਦੀ ਕਮੇਟੀ ਆ, ਸੈਨੇਟ ਇੰਟੈਲੀਜੈਂਸ ਕਮੇਟੀ ਆ ਉਸਨੇ। ਸੋ ਸੈਨੇਟ ਇੰਟੈਲੀਜੈਂਸ ਕਮੇਟੀ ਦੇ ਵਿੱਚ ਹਰਜੋਤ ਸਿੰਘ ਜੀ ਜਿਹੜੇ ਚੇਅਰ ਦੇ ਵਿੱਚ ਆ ਉਹ ਰਿਪਬਲਿਕਨ ਨੇ, ਮੈਜੋਰਟੀ ਉਹਨਾਂ ਦੀ ਉਸ ਦੇ ਵਿੱਚ ਜਿਹੜੀ ਆ ਰਿਪਬਲਿਕਨ ਦੀ ਆ, ਕਿਉਂਕਿ ਉਹਨਾਂ ਦੀ ਓਵਰਆਲ ਸੈਨੇਟ ਦੇ ਵਿੱਚ ਮੈਜੋਰਟੀ ਹੈਗੀ ਆ। ਸੋ ਇਸ ਨੂੰ ਹੁਣ ਸਪੀਨਾ ਜਿਹੜਾ ਕਰ ਦਿੱਤਾ ਆ। ਇਹ ਹੁਣ ਇਹ ਨਹੀਂ ਪਤਾ ਵੀ ਝੂਠ ਕਿੱਥੇ ਕਿੱਥੇ ਜਿਹੜਾ ਇਹ ਬੰਦਾ ਬੋਲਦਾ ਰਿਹਾ ਆ। ਆਲਰੇਡੀ ਇਸ ਨੇ ਮੰਨਿਆ ਆ ਵੀ ਉਹ ਪਹਿਲਾਂ ਕਾਂਗਰਸ ਦੇ ਮਰੇ ਜਿਹੜਾ ਝੂਠ ਬੋਲ ਚੁੱਕਾ ਆ, ਅਤੇ ਉਦੋਂ ਉਸ ਤੋਂ ਬਾਅਦ 'ਚ ਉਹਨੇ ਇਹ ਦਾਅਵਾ ਕਰ ਦਿੱਤਾ ਵੀ ਮੈਨੂੰ ਜਿਹੜਾ ਝੂਠ ਜਿਹੜਾ ਮੈਂ ਬੋਲਿਆ ਉਹ ਬੋਲਣ ਦੇ ਲਈ ਪ੍ਰੇਰਿਆ ਸੀਗਾ ਜਿਹੜਾ ਡੋਨਲਡ ਟਰੰਪ ਉਹਨਾਂ ਨੇ। ਸੋ ਉਸ ਤੋਂ ਬਾਅਦ ਦੇ ਵਿੱਚ ਇਸ ਨੇ ਕਿਹਾ ਸੀਗਾ ਵੀ ਮੈਂ ਪਬਲਿਕਲੀ ਜਿਹੜਾ ਟੈਸਟੀਫਾਈ ਜਿਹੜਾ ਉਹ ਕਰੂੰਗਾ ਕਮੇਟੀ ਦੇ ਸਾਹਮਣੇ, ਅਤੇ ਹੁਣ ਪਿੱਛੇ ਹਟ ਰਿਹਾ ਸੀਗਾ, ਪੋਸਟਪੋਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਅਤੇ ਹੁਣ ਕਮੇਟੀ ਨੇ ਉਸ ਨੂੰ ਸਪੀਨਾ ਜਿਹੜਾ ਆ ਉਹ ਭੇਜ ਦਿੱਤਾ ਆ। ਸੋ ਦੇਖਦੇ ਹਾਂ ਵੀ ਜਿਹੜੀ ਕਿਹੜੀ ਤਰੀਕ ਨੂੰ ਹੁਣ ਜਿਹੜੀ ਇਸ ਦੀ ਸੁਣਵਾਈ ਜਿਹੜੀ ਆ ਉਹ ਹੋ ਸਕਦੀ ਆ। ਅਤੇ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਮਿਲਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਦਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ।
ਬੱਗਾ ਜਿਊਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th स्ट्रीट नंबर 115 चाइनाटाउन सुपरमार्केट सैक्रामेंटो। फोन नंबर 916 912 8842 9169128842। ਬੱਗਾ ਜਿਊਲਰਸ ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਹਾਂਜੀ ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਟੋਮੈਟਿਕ ਟਰੱਕ ਅਤੇ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਕੈਲੀਫੋਰਨੀਆ ਦੀਆਂ ਹਵਾਵਾਂ 'ਚ ਉੱਡ ਕੇ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਖਿਲਾਰਦਾ ਇੱਕੋ ਰੇਡੀਓ ਸਟੇਸ਼ਨ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਸਰੋਤੋ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ, ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਜਿਹੜੀ ਨਜ਼ਰ ਮਾਰਦੇ ਆ, ਕਹਿੰਦੇ ਸ਼ਟਡਾਊਨ ਦਾ ਅਸਰ ਜਿਹੜੀਆਂ ਖਾਸ ਕਰਕੇ ਪੇਂਡੂ ਇਲਾਕਿਆਂ ਦੇ ਵਿੱਚ ਜਾਂ ਥੋੜ੍ਹੇ ਜਿਹੇ ਜਿੱਥੇ ਘੱਟ ਲੋਕ ਰਹਿੰਦੇ ਨੇ ਉੱਥੇ ਦੇ ਜਿਹੜੀਆਂ ਟਰਾਂਜ਼ਿਟ, ਲੋਕਲ ਟਰਾਂਜ਼ਿਟ ਆ, ਉਸ ਦੇ ਉੱਤੇ ਕਾਫੀ ਵੱਡਾ ਜਿਹੜਾ ਅਸਰ ਆ ਉਹ ਪੈ ਰਿਹਾ ਆ। ਸਮਾਲ ਮਿਡ ਸਾਈਜ਼ ਤੇ ਰੂਰਲ ਟਰਾਂਜ਼ਿਟਸ ਕਹਿੰਦੇ ਆਲਮੋਸਟ ਬੰਦ ਹੋਣ ਦੀ ਕਗਾਰ ਦੇ ਉੱਤੇ ਆਏ ਹੋਏ ਨੇ। ਵਿਲਮਿੰਗਟਨ ਨਾਰਥ ਕੈਰੋਲੀਨਾ ਦੇ ਵਿੱਚ ਜਿਹੜੀ ਉੱਥੋਂ ਦੀ ਟਰਾਂਜ਼ਿਟ ਅਥਾਰਟੀ ਆ, ਹਰੀਕੇਨ ਫਲੋਰੈਂਸ ਤੋਂ ਬਾਅਦ ਦੇ ਵਿੱਚ ਬੁਰੀ ਤਰ੍ਹਾਂ ਜਿਹੜੀ ਉੱਥੇ ਉਹ ਇਲਾਕਾ ਪ੍ਰਭਾਵਿਤ ਹੋਇਆ ਸੀ, ਤੇ ਕਹਿੰਦੇ ਵੀ ਇਸ ਟਾਈਮ ਹੁਣ ਆਰਥਿਕ ਤੌਰ ਦੇ ਉੱਤੇ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਆ। ਤੇ ਕਹਿੰਦੇ ਐਂਡ ਆਫ ਫਰਵਰੀ ਤੱਕ, ਕਿਉਂਕਿ ਉਹਨਾਂ ਨੂੰ ਜਿਹੜੀਆਂ ਮੰਥਲੀ ਪੇਮੈਂਟਸ ਉਹ ਫੈਡਰਲ ਸਰਕਾਰ ਦੇ ਦੁਆਰਾ ਜਿਹੜੀਆਂ ਮਿਲਦੀਆਂ ਸੀਗੀਆਂ, FTA ਦੇ ਦੁਆਰਾ, ਫੈਡਰਲ ਟਰਾਂਜ਼ਿਟ ਐਡਮਿਨਿਸਟ੍ਰੇਸ਼ਨ ਦੇ ਵੱਲੋਂ, ਤੇ ਕਹਿੰਦੇ ਜੇ ਉਹਨਾਂ ਨੂੰ ਫਰਵਰੀ ਦੇ ਐਂਡ ਤੱਕ ਇਹਨਾਂ ਦੀਆਂ ਮੰਥਲੀ ਪੇਮੈਂਟਸ ਮਿਲਣੀਆਂ ਬੰਦ ਹੋ ਗਈਆਂ, ਨਾ ਮਿਲੀਆਂ ਹੋਰ, ਤਾਂ ਫਿਰ ਇਹ ਜਿਹੜੀ ਇਹਨਾਂ ਦੀ ਟਰਾਂਜ਼ਿਟ ਸਰਵਿਸ ਆ ਉਹ ਬੰਦ ਹੋ ਸਕਦੀ ਆ। ਤੇ ਕਹਿੰਦੇ ਜਾਂ ਤਾਂ ਬਹੁਤ ਹੀ ਜ਼ਿਆਦਾ ਰਾਊਟ ਜਿਹੜੇ ਉਹ ਘਟਾ ਦਿੱਤੇ ਜਾਣਗੇ, ਜੋ ਕਿ ਆਲਰੇਡੀ ਉਹਨਾਂ ਨੇ ਪਹਿਲਾਂ ਹੀ ਘਟਾਏ ਹੋਏ ਆ, ਤੇ ਜਾਂ ਫਿਰ ਟੋਟਲੀ ਜਿਹੜਾ ਆ ਉਸ ਨੂੰ ਤਾਲਾ ਜਿਹੜਾ ਆ ਉਹ ਲੱਗ ਸਕਦਾ। ਸੋ 34ਵੇਂ ਦਿਨ ਦੀ ਵਾਸ਼ਿੰਗਟਨ DC ਦੀ ਜਿਹੜੀ ਗ੍ਰਿਡ ਲੋਕ ਆ, ਉਸ ਦਾ ਅਸਰ ਛੋਟੇ ਸ਼ਹਿਰਾਂ ਦੇ ਉੱਤੇ, ਰੂਰਲ ਇਲਾਕਿਆਂ ਦੇ ਉੱਤੇ ਇਸ ਤਰੀਕੇ ਦੇ ਨਾਲ ਵੀ ਜਿਹੜਾ ਉਹ ਪੈਣਾ ਸ਼ੁਰੂ ਹੋ ਚੁੱਕਾ ਹੋਇਆ ਆ। ਕਿਉਂਕਿ ਇੱਕ ਇਹ ਵੀ ਤੇ ਨਾਲ ਹਰਜੋਤ ਸਿੰਘ ਜੀ ਇਹ ਵੀ ਖਬਰਾਂ ਆ ਰਹੀਆਂ ਸੀ ਵੀ ਬਹੁਤ ਸਾਰੀਆਂ ਜਿਹੜੀਆਂ .gov ਵੈਬਸਾਈਟਸ ਇਹਨਾਂ ਸਮਿਆਂ ਦੇ ਵਿੱਚ ਜਿਹੜੀਆਂ ਹੁਣ
ਕਿਉਂਕਿ ਬੰਦ ਹੀ ਹੈ ਇੱਕ ਹਿਸਾਬ ਦੇ ਨਾਲ, ਉਹ ਸ਼ਟਡਾਊਨ ਦੇ ਜ਼ਰੀਏ ਉੱਥੇ ਕੁਛ ਹੋ ਨਹੀਂ ਰਿਹਾ, ਅਤੇ ਉਹ ਬਹੁਤ ਜ਼ਿਆਦਾ ਹੈਕਰਸ ਨੂੰ ਪ੍ਰੋਨ ਨੇ। ਹੈਕਰਸ ਜਿਹੜੇ ਉਸ ਦੇ ਉੱਤੇ ਜਿਹੜਾ ਅਸਰ ਉਹ ਪਾ ਸਕਦੇ ਆ, ਉਸ ਨੂੰ ਹੈਕਸ ਜਿਹੜੇ ਆ ਕਰ ਸਕਦੇ ਆ। ਸੋ ਇਹ ਵੀ ਇੱਕ ਜਿਹੜਾ ਨੈਟਵਰਕ ਸਿਕਿਉਰਿਟੀ ਰਿਸਕ ਜਿਹੜਾ ਆ ਇਸ ਸ਼ਟਡਾਊਨ ਦੇ ਕਰਕੇ ਉਹ ਵੀ ਵਧਿਆ ਹੋਇਆ ਆ। ਜੀ ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਹੋਮਲੈਸਨੈਸ ਜਿਹੜੀ ਆ ਇਹ ਬਹੁਤ ਜ਼ਿਆਦਾ ਹੈਗੀ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ, ਸੈਨ ਫਰਾਂਸਿਸਕੋ, ਓਕਲੈਂਡ, ਸਟਾਕਟਨ, ਬੇ ਏਰੀਆ 'ਚ, ਫ੍ਰਿਜ਼ਨੋ, ਬੇਕਰਸਫੀਲਡ, ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੋਮਲੈਸ ਲੋਕ ਆ ਉਹ ਰਹਿੰਦੇ ਹੈਗੇ ਆ। ਅਤੇ ਕੱਲ੍ਹ ਯੂਬਾ ਸਿਟੀ ਸਟਰ ਏਰੀਏ ਦੇ ਵਿੱਚ ਵੀ ਜਿਹੜੇ ਜਿੰਨੇ ਹੋਮਲੈਸ ਆ ਕਹਿੰਦੇ ਕਾਫੀ ਵੱਡੀ ਗਿਣਤੀ 'ਚ ਆ। ਕੁਛ ਕੁ ਨੋਨ ਪ੍ਰੋਫਿਟ ਔਰਗੇਨਾਈਜੇਸ਼ਨਸ ਅਤੇ ਲਾ ਇਨਫੋਰਸਮੈਂਟ ਅਤੇ ਵਲੰਟੀਅਰਸ ਜਿਹੜੇ ਆ ਉਹ ਇਕੱਠੇ ਹੋ ਕੇ ਉਹਨਾਂ ਨੇ ਕੱਲ੍ਹ ਜਿਹੜੇ ਆ ਯੂਬਾ ਸਿਟੀ ਸਟਰ ਕਾਉਂਟੀ ਏਰੀਏ ਦੇ ਵਿੱਚ ਜਿੰਨੇ ਵੀ ਹੋਮਲੈਸ ਹੈਗੇ ਆ ਉਹਨਾਂ ਦੀ ਗਿਣਤੀ ਕੀਤੀ ਆ। ਹਜੇ ਰਿਜ਼ਲਟ ਨਹੀਂ ਆਏ, ਉਹ ਤੋਂ ਬਾਅਦ ਉਹ ਦੱਸਣਗੇ ਤਾਂ ਕਿ ਉਹਨਾਂ ਦੇ ਲਈ ਕੋਈ ਨਾ ਕੋਈ ਜਿਹੜਾ ਪ੍ਰੋਗਰਾਮ ਆ ਉਹਨਾਂ ਦੇ ਰਹਿਣ ਦਾ ਉੱਥੇ ਜਿਹੜਾ ਕੀਤਾ ਜਾ ਸਕੇ। ਸੋ ਹੁਣ ਦੇਖੋ ਜਦੋਂ ਉੱਥੋਂ ਜਿਹੜੀ ਗਿਣਤੀ ਆਊਗੀ ਉਸ ਤੋਂ ਬਾਅਦ ਫਿਰ ਬਹੁਤ ਸਾਰੀਆਂ ਨੋਨ ਪ੍ਰੋਫਿਟ ਔਰਗੇਨਾਈਜੇਸ਼ਨਸ ਜਿਹੜੀਆਂ ਉਹ ਵਰਕਆਊਟ ਕਰਨਗੀਆਂ ਕਿਸ ਤਰ੍ਹਾਂ ਜਿਹੜੇ ਆ ਉਹਨਾਂ ਦੀ ਹੈਲਪ ਕੀਤੀ ਜਾ ਸਕਦੀ ਹੈ। ਜੀ ਅਗਲੀ ਜਿਹੜੀ ਖਬਰ ਸੈਕਰਾਮੈਂਟੋ ਤੋਂ ਜਿਹੜੀ ਹਰਜੋਤ ਸਿੰਘ ਜੀ ਆ ਰਹੀ ਹੈ, ਕਹਿੰਦੇ ਮੰਗਲਵਾਰ ਦੀ ਸ਼ਾਮ ਨੂੰ ਸੈਕਰਾਮੈਂਟੋ ਸਿਟੀ ਕਾਉਂਸਲ ਮੀਟਿੰਗ ਦੇ ਵਿੱਚ ਬੜਾ ਹੱਲਾ ਗੱਲਾ ਜਿਹੜਾ ਉਹ ਹੋ ਗਿਆ, ਅਤੇ ਜਿਹੜਾ ਉੱਥੋਂ ਦਾ ਮੇਅਰ ਆ ਡੈਰਲ ਸਟਾਈਨਬਰਗ, ਉਹ ਮੀਟਿੰਗ ਦੇ ਚੱਲਦਿਆਂ ਉਸਨੇ ਕਿਹਾ ਵੀ ਮੇਰੀ ਕੱਲ੍ਹ ਜਲਦੀ ਫਲਾਈਟ ਹੈ ਇਸ ਲਈ ਮੈਂ ਚੱਲਣਾ ਆ। ਅਤੇ ਉਸ ਤੋਂ ਬਾਅਦ ਕਹਿੰਦੇ ਲੋਕ ਜਿਹੜੇ ਪੋਡੀਅਮ ਦੇ ਦੁਆਲੇ ਜਿਹੜੇ ਇਕੱਠੇ ਹੋਣੇ ਸ਼ੁਰੂ ਹੋ ਗਏ। ਕਈ ਕੌਂਸਲਮੈਨ ਜਿਹੜੇ ਆ ਕਹਿੰਦੇ ਵੀ ਚਲੋ ਮੇਅਰ ਦੀ ਜੇ ਅੰਗੇਜਮੈਂਟ ਸੀਗੀ ਉਸਨੇ ਜਾਣਾ ਸੀਗਾ ਮਤਲਬ ਕਿਤੇ ਤਾਂ ਉਹ ਜਾਵੇ, ਪਰ ਇਹਦਾ ਮਤਲਬ ਇਹ ਨਹੀਂ ਅਸੀਂ ਕੰਮ ਜਿਹੜਾ ਉਸ ਤੋਂ ਬਗੈਰ ਜਿਹੜਾ ਆ ਉਹ ਕਰ ਸਕਦੇ ਹਾਂ। ਅਤੇ ਕਹਿੰਦੇ ਆ ਵੀ ਉਹ ਵਾਸ਼ਿੰਗਟਨ DC ਦੇ ਵਿੱਚ ਜਾ ਰਹੇ ਸੀ ਜਿੱਥੇ ਯੂਨਾਈਟਿਡ ਸਟੇਟਸ ਕਾਨਫਰੰਸ ਆਫ ਮੇਅਰਸ ਜਿਹੜੀ ਆ ਉੱਥੇ ਹੋਣ ਜਾ ਰਹੀ ਆ। ਅਤੇ ਲੋਕ ਕਹਿੰਦੇ ਐਫ ਬੋਮਸ ਜਿਹੜੇ ਆ ਉਹਨਾਂ ਨੇ ਜਿਹੜੇ ਆ ਉਹ ਗਾਲਾਂ ਕੱਢਣੀਆਂ ਇੱਕ ਹਿਸਾਬ ਨਾਲ ਸ਼ੁਰੂ ਕਰ ਦਿੱਤੀਆਂ, ਅਤੇ ਕਾਫੀ ਲੋਕ ਜਿਹੜੇ ਆ ਉੱਥੇ ਇਕੱਠੇ ਹੋ ਗਏ। ਅਤੇ ਕਿਉਂਕਿ ਹੁਣ ਰੀਸੈਂਟਲੀ ਤਾਂ ਸਾਰੇ ਜਾਣੇ ਦੇਖੋ ਨਵੇਂ ਚੁਣ ਕੇ ਜਿਹੜੇ ਆ ਇਹਨਾਂ ਅਹੁਦਿਆਂ ਦੇ ਉੱਤੇ ਜਿਹੜੇ ਪਹੁੰਚੇ ਆ, ਲੋਕ ਕਈ ਕਾਫੀ ਧਿਆਨ ਜਿਹੜੇ ਉਹ ਦਿੰਦੇ ਨੇ ਕੀ ਕੁਛ ਜਿਹੜਾ ਆ ਕੌਂਸਲ ਦੀਆਂ ਮੀਟਿੰਗਸ ਦੇ ਵਿੱਚ ਹੋ ਰਿਹਾ ਹੁੰਦਾ ਆ। ਸੋ ਕਾਫੀ ਰੌਲਾ ਗੌਲਾ ਜਿਹੜਾ ਹਰਜੋਤ ਸਿੰਘ ਜੀ ਉੱਥੇ ਪੈ ਗਿਆ। ਜੀ ਅਤੇ ਕਹਿੰਦੇ 6 ਹਫ਼ਤੇ ਹੋ ਗਏ ਜੇ ਸੈਕਰਾਮੈਂਟੋ ਦੀ ਗੱਲ ਕਰਦੇ ਜਾਈਏ, ਜਿਹੜੇ ਮੇਅਰ ਡੈਰਲ ਸਟੀਨਬਰਗ ਆ ਉਹਨਾਂ ਨੇ ਆਪਣੇ ਜਿਹੜੇ ਸਿਟੀ ਕੌਂਸਲ ਮੈਂਬਰ ਆ ਉਹਨਾਂ ਨੂੰ ਕਿਹਾ ਭਈ ਤੁਸੀਂ ਜਿਹੜੇ ਆ ਸਾਈਟਸ ਲੱਭੋ, ਏਰੀਆ ਲੱਭੋ ਜਿੱਥੇ ਕਿ 100 ਦੇ ਕਰੀਬ ਜਿਹੜੇ ਹੋਮਲੈਸ ਆ ਉਹਨਾਂ ਦੇ ਲਈ ਸ਼ੈਲਟਰ ਬੈੱਡ ਦਿੱਤੇ ਜਾਣ। ਅਤੇ ਹਜੇ ਤੱਕ ਕਹਿੰਦੇ ਵੀ ਹਜੇ ਏਰੀਆ ਨਹੀਂ ਲੱਭਿਆ ਗਿਆ। ਜਿਹੜੇ ਸਿਟੀ ਆਫੀਸ਼ੀਅਲ ਵੱਲੋਂ ਕੈਲ ਐਕਸਪੋ ਬੋਰਡ ਆਫ ਡਾਇਰੈਕਟਰਸ ਦੇ ਨਾਲ ਵੀ ਉਹਨਾਂ ਦੀ ਮੀਟਿੰਗ ਚੱਲ ਰਹੀ ਆ। ਜੇ ਹੋਮਲੈਸਾਂ ਦੀ ਗੱਲ ਕਰਦੇ ਜਾਈਏ ਸੈਕਰਾਮੈਂਟੋ ਦੇ ਵਿੱਚ ਵੀ ਜਿਹੜੇ ਹੋਮਲੈਸ ਬਹੁਤ ਜ਼ਿਆਦਾ ਆ, ਖਾਸ ਕਰਕੇ ਜਿਹੜਾ ਉੱਥੇ ਰਿਵਰ ਆ ਉਹਦੇ ਕੰਢਿਆਂ ਦੇ ਉੱਤੇ ਆਲੇ ਦੁਆਲੇ ਜਿਹੜੇ ਪਾਰਕਸ ਆ ਉੱਥੇ ਤੁਸੀਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਹੋਮਲੈਸ ਲੋਕ ਦੇਖ ਸਕਦੇ ਆ। ਜੀ ਇੱਕ ਹਰਜੋਤ ਸਿੰਘ ਜੀ ਮੈਨੂੰ ਯਾਦ ਆ ਕੁਛ ਕੁ ਮਹੀਨੇ ਪਿਛਲੇ ਸਾਲ ਦੇ ਵਿੱਚ ਸੈਕਰਾਮੈਂਟੋ ਦੇ ਵਿੱਚ ਤੋਂ ਇਹ ਖਬਰ ਆ ਰਹੀ ਸੀ ਵੀ 2 ਜਿਹੜੇ ਉਹਨਾਂ ਨੇ ਹੋਮਲੈਸ ਸ਼ੈਲਟਰ ਟੈਂਟ ਜਿਹੜੇ ਬਣਾਉਣ ਦੀ ਗੱਲ ਜਦੋਂ ਕੀਤੀ ਸੀ, ਆਈ ਥਿੰਕ ਇੱਕ ਨਟੋਮਸ ਵਾਲੇ ਇਲਾਕੇ ਦੇ ਵਿੱਚ ਅਤੇ ਇੱਕ ਸ਼ਾਇਦ ਐਲਗਰੋ ਵਾਲੇ ਪਾਸੇ ਜਾਂ ਡਾਊਨਟਾਊਨ ਵਾਲੇ ਪਾਸੇ ਜਿਹੜੀ ਆ ਉਦੋਂ ਇੱਦਾਂ ਦੀ ਜਿਹੜੀ ਸੀਗੀ। ਸਰ ਉਸ ਤੋਂ ਬਾਅਦ ਦੇ ਵਿੱਚ ਲੱਗਦਾ ਨਹੀਂ ਸ਼ਾਇਦ ਵੀ ਉਹ ਗੱਲ ਜਿਹੜੀ ਸਿਰੇ ਚੜ੍ਹ ਸਕੀ ਆ, ਅਤੇ ਹੁਣ ਜਿਹੜੇ ਸਟਾਈਨਬਰਗ ਆ ਉਹ ਨਵੀਆਂ ਜਿਹੜੀਆਂ ਲੋਕੇਸ਼ਨਸ ਆ ਉਸ ਦੇ ਵਿੱਚ ਲੱਭ ਰਹੇ ਆ। ਸੋ ਸੈਕਰਾਮੈਂਟੋ ਤੋਂ ਹੀ ਜਿਹੜੀ ਇੱਕ ਅਗਲੀ ਖਬਰ ਆ, ਪੁਲਿਸ ਨੇ ਐਂਥਨੀ ਗੁਜ਼ੈਟੀ 51 ਸਾਲ ਦੇ ਬੰਦੇ ਨੂੰ ਗ੍ਰਿਫਤਾਰ ਕੀਤਾ ਆ, ਅਤੇ ਉਸ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਜਿਹੜੇ ਸਟਿੰਗ ਆਪਰੇਸ਼ਨ ਦੇ ਵਿੱਚ ਜਿਹੜਾ ਉਹਨਾਂ ਨੇ ਗ੍ਰਿਫਤਾਰ ਕੀਤਾ, ਅਤੇ ਉਸ ਨੇ 15 ਸਾਲਾਂ ਦੇ ਇੱਕ ਬੱਚੇ ਨੂੰ ਜਿਹੜਾ ਆ ਉਹ ਸੈਕਸ ਦੇ ਲਈ ਪੇ ਕਰਨ ਦੀ ਆਫਰ ਕੀਤੀ ਸੀ ਆਨਲਾਈਨ, ਜਿਸ ਤੋਂ ਬਾਅਦ ਦੇ ਵਿੱਚ ਅੱਗੋਂ ਜਿਹੜੇ ਉਹ ਪੁਲਿਸ ਵਾਲੇ ਜਿਹੜੇ ਉਹ 15 ਸਾਲ ਦੇ ਜਿਹੜੇ ਬੱਚੇ ਬਣ ਕੇ ਜਿਹੜਾ ਉਹ ਕਰ ਰਹੇ ਸੀਗੇ ਗੱਲ, ਅਤੇ ਜਦੋਂ ਮੌਕੇ 'ਤੇ ਪਹੁੰਚਿਆ ਤਾਂ ਉਸ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ। ਅਤੇ ਉਸ ਤੋਂ ਬਾਅਦ ਦੇ ਵਿੱਚ ਜਦ ਉਸਦੇ ਜਿੱਥੇ ਮੋਟਲ ਦੇ ਵਿੱਚ ਰੁਕਿਆ ਸੀ ਉਸ 'ਤੇ ਛਾਪੇਮਾਰੀ ਕੀਤੀ ਗਈ, ਮੈਥ, ਹੈਰੋਇਨ ਅਤੇ ਗਲਾਸ ਪਾਈਪ ਵੀ ਜਿਹੜੀ ਉੱਥੋਂ ਬਰਾਮਦ ਹੋਈ ਆ। ਸੋ ਇਸੇ ਤਰ੍ਹਾਂ ਵੈਨਕੂਵਰ ਬ੍ਰਿਟਿਸ਼ ਕੋਲੰਬੀਆ 'ਚ ਵੀ ਕੱਲ੍ਹ ਜਿਹੜੀ ਆ ਇਹ ਪੁਲਿਸ ਵਾਲਿਆਂ ਨੇ ਇੱਕ ਇੱਦਾਂ ਹੀ ਛਾਪਾ ਮਾਰਿਆ ਅਤੇ 70 ਦੇ ਕਰੀਬ
ਜਿਹੜੇ ਟੀਨੇਜਰਸ ਆ ਜਿਨ੍ਹਾਂ ਨੂੰ ਜਿਹੜੇ ਆ ਅਡਲਟ ਸੀਗੇ ਉਹ ਇਸ ਤਰ੍ਹਾਂ ਜਿਹੜਾ ਉਹਨਾਂ ਨੇ ਫੇਸਬੁੱਕ ਯੂਜ਼ ਕਰਕੇ ਸੋਸ਼ਲ ਮੀਡੀਆ ਯੂਜ਼ ਕਰਕੇ ਉਹਨਾਂ ਦੇ ਨਾਲ ਕੰਟੈਕਟ ਬਣਾਉਣਾ ਚਾਹੁੰਦੇ ਸੀ। ਅਤੇ ਉਹਨਾਂ ਦੇ ਵਿੱਚ ਕਹਿੰਦੇ ਬਹੁਤ ਸਾਰੇ ਜਿਹੜੇ ਆ ਚੰਗੇ ਆਫਿਸਰ ਵੀ ਸੀਗੇ, ਪੁਲਿਸ ਵਾਲੇ, ਫੈਮਲੀ ਵਾਲੇ, ਚੰਗੇ ਪੜ੍ਹੇ ਲਿਖੇ ਲੋਕ ਵੀ। ਦੇਖੋ ਇਹ ਇੱਕ ਤਰ੍ਹਾਂ ਨਾਲ ਕਿੱਡੀ ਜਿਹੜੀ ਗਲਤ ਗੱਲ ਹੈਗੀ ਆ। ਆਪਾਂ ਕੈਲੀਫੋਰਨੀਆ 'ਚ ਵੀ ਅਮਰੀਕਾ 'ਚ ਵੀ ਦੇਖਿਆ ਆ, ਕਈ TV ਸ਼ੋਜ਼ ਹੁੰਦੇ ਆ ਕਿਸ ਤਰ੍ਹਾਂ ਜਿਹੜੇ ਲੋਕ ਆ ਉਹਨਾਂ ਨੂੰ ਇਹ ਅਰੈਸਟ ਕੀਤਾ ਜਾਂਦਾ ਹੈ। ਬਿਲਕੁਲ ਪ੍ਰੀਡੇਟਰ ਕਰਕੇ ਜਿਹੜਾ ਆ ਉਹ ਫੜੇ ਜਾਂਦੇ ਆ। ਬੜੀ ਵਾਰੀ ਜਿਹੜੇ ਆਪਣੀ ਕਮਿਊਨਿਟੀ ਦੇ ਲੋਕ ਵੀ ਉਸ ਦੇ ਵਿੱਚ ਜਿਹੜੇ ਆ ਉਹ ਫੜੇ ਗਏ ਹੋਏ ਨੇ। ਅਗਲੀ ਜਿਹੜੀ ਆ ਸੈਕਰਾਮੈਂਟੋ ਤੋਂ ਹਰਜੋਤ ਸਿੰਘ ਜੀ ਖਬਰ ਆ। ਸੈਕਰਾਮੈਂਟੋ ਦੀ ਇੱਕ ਅਪਾਰਟਮੈਂਟ ਦੇ ਵਿੱਚ ਕਹਿੰਦੇ ਆ ਇੱਕ ਬੰਦੇ ਦੀ ਜਿਹੜੀ ਲਾਸ਼ ਬਰਾਮਦ ਹੋਈ ਆ ਅਤੇ ਉਸ ਦੇ ਵਿੱਚ ਕਹਿੰਦੇ ਜਦੋਂ ਐਂਟਰੀ ਜਿਹੜੀ ਉਹ PG&E ਵਰਕਰ ਦਾ ਕੋਈ ਵਰਕਰ ਉੱਥੇ ਪਹੁੰਚਿਆ ਸੀ ਤਾਂ ਉਸ ਨੂੰ ਲੱਗਾ ਵੀ ਕੁਛ ਨਾ ਕੁਛ ਗੜਬੜ ਆ ਅਤੇ ਉਸਨੇ ਜਿਹੜੇ ਉੱਥੋਂ ਦੇ ਕੈਪਟਨ ਕੀਥ ਵੇਡ ਉਹਨਾਂ ਨੂੰ ਦੱਸਿਆ ਪੁਲਿਸ ਵਾਲਿਆਂ ਨੂੰ। ਤਾਂ ਉਹ ਤੋਂ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਖੋਲ੍ਹਿਆ ਤਾਂ ਦੇਖਿਆ ਵੀ ਉੱਥੇ ਕਾਰਬਨ ਮੋਨੋਆਕਸਾਈਡ ਇੱਕ ਜ਼ਹਿਰੀਲੀ ਗੈਸ ਹੁੰਦੀ ਜਿਸ ਦੇ ਕਰਕੇ ਸਾਹ ਘੁੱਟਣ ਦੇ ਕਰਕੇ ਫਿਰ ਇਹ ਮੌਤ ਜਿਹੜੀ ਉਸਦੀ ਉਹ ਹੋ ਗਈ ਹੈ। 10 ਯੂਨਿਟ ਦੀ ਅਪਾਰਟਮੈਂਟ ਕੰਪਲੈਕਸ ਲੈਂਪਸਾਸ ਐਵੀਨਿਊ ਦੇ ਉੱਤੇ ਜਿਹੜੀ ਸੀਗੀ ਉੱਥੇ ਜਿਹੜਾ ਆ ਇਹ ਘਟਨਾ ਵਾਪਰੀ ਆ। ਅਤੇ ਗੈਸ ਵਾਲ ਹੀਟਰ ਕਹਿੰਦੇ ਆ ਉਹ ਸੀਗਾ ਉਸ ਦੇ ਵਿੱਚ ਅਤੇ ਗੈਸ ਮੀਟਰ ਕਹਿੰਦੇ ਵੀ ਇਸ ਦਾ ਜਿਹੜਾ ਡਿਫਰੈਂਟਲੀ ਸਪਿਨ ਜਿਹੜਾ ਕਰ ਰਿਹਾ ਸੀ ਬਾਕੀ ਮੀਟਰ ਦੇ ਨਾਲੋਂ। ਅਤੇ ਹੁਣ ਜਿਹੜੀ ਆ ਇਸ ਦੇ ਕਰਕੇ ਜਿਹੜੀ ਉੱਥੇ ਕਾਰਬਨ ਮੋਨੋਆਕਸਾਈਡ ਹੋਣ ਦੇ ਕਰਕੇ ਉਹ ਮੌਤ ਉਸ ਦੀ ਹੋ ਗਈ ਆ। ਬਹੁਤ ਵਾਰੀ ਹਰਜੋਤ ਸਿੰਘ ਜੀ ਕੀ ਹੁੰਦਾ ਆ ਵੀ ਆਪਣਾ ਬਹੁਤ ਸਾਰਿਆਂ ਘਰਾਂ ਦੇ ਵਿੱਚੋਂ ਇੱਦਾਂ ਦੇ ਜਿਹੜੇ ਯੂਨਿਟ ਹੁੰਦੇ ਆ ਉਹ ਉਤਾਰ ਦਿੰਦੇ ਆ ਕਾਰਬਨ ਮੋਨੋਆਕਸਾਈਡ ਵਾਲੇ ਜਾਂ ਫਾਇਰ ਵਾਲੇ। ਇਹ ਕਈ ਵਾਰੀ ਵੇਲੇ ਸੁੱਤੇ ਪਏ ਬੰਦੇ ਨੂੰ ਤਾਂ ਨਹੀਂ ਪਤਾ ਲੱਗਦਾ। ਅਤੇ ਆਪਣੇ ਰੂਮਸ ਦੇ ਵਿੱਚ ਜਿੱਥੇ ਸੌਂਦੇ ਹੋ ਉੱਥੇ ਪਲੀਜ਼ ਜਿਹੜੇ ਲੱਗੇ ਰਹਿਣ ਦਿਆ ਕਰੋ। ਕਿਚਨ ਵਾਲੇ ਪਾਸੇ ਤਾਂ ਕਾਫੀ ਲੋਕ ਜਿਹੜੇ ਉਤਾਰ ਦਿੰਦੇ ਕਿਉਂਕਿ ਆਪਣਾ ਹੁਣ ਫੂਡ ਹੀ ਇੱਦਾਂ ਦਾ ਉਸ ਦੇ ਵਿੱਚ ਧੂੰਆਂ ਵੀ ਜ਼ਿਆਦਾ, ਗਰਮੈਸ਼ ਵੀ ਜਿਹੜੀ ਆ ਉਹ ਜ਼ਿਆਦਾ ਹੁੰਦੀ ਹੈ, ਬੰਦੇ ਉੱਥੋਂ ਉਤਾਰ ਦਿੰਦੇ ਆ। ਪਰ ਫਿਰ ਵੀ ਪਲੀਜ਼ ਜਿਹੜਾ ਇਸ ਚੀਜ਼ ਦੇ ਪ੍ਰਤੀ ਜਿਹੜਾ ਉਹ ਧਿਆਨ ਰੱਖਿਆ ਕਰੋ ਕਿ ਨਹੀਂ ਤਾਂ ਬੰਦਾ ਕਈ ਵਾਰੀ ਸੁੱਤੇ ਦਾ ਸੁੱਤਾ ਹੀ ਰਹਿ ਜਾਂਦਾ ਇੱਦਾਂ। ਅਗਲੀ ਖਬਰ ਵੀ ਜਿਹੜੀ ਸੈਕਰਾਮੈਂਟੋ ਏਰੀਆ ਤੋਂ ਆ ਰਹੀ ਹੈ। ਸੈਕਰਾਮੈਂਟੋ ਏਰੀਏ ਦੇ ਵਿੱਚ ਰੋਜ਼ਵੇਲ 'ਚ ਇੱਕ ਬਹੁਤ ਵੱਡਾ ਜਿਹੜਾ ਆ ਸਪੋਰਟਸ ਕੰਪਲੈਕਸ ਬਣ ਜਾ ਰਿਹਾ। ਉਹਦਾ ਆਲਰੇਡੀ ਜਿਹੜਾ ਉਦਘਾਟਨ ਕਰ ਦਿੱਤਾ ਗਿਆ ਆ। ਪਲੇਸਰ ਵੈਲੀ ਸਪੋਰਟਸ ਐਂਡ ਈਵੈਂਟ ਸੈਂਟਰ ਜਿਹੜਾ ਕਿ 2020 ਦੇ ਵਿੱਚ ਕੰਪਲੀਟ ਹੋਊਗਾ। 1,60,000 ਸਕੁਏਅਰ ਫੁੱਟ ਇਨਡੋਰ ਸਪੋਰਟਸ ਸਪੇਸ ਹੋਊਗੀ ਜਿਹਦੇ ਵਿੱਚ ਕਹਿੰਦੇ 12 ਫੁੱਲ ਸਾਈਜ਼ ਬਾਸਕਟਬਾਲ ਕੋਰਟਸ ਹੋਣਗੀਆਂ। ਸੋ ਇਹ ਬਹੁਤ ਵੱਡਾ ਸਪੋਰਟਸ ਦਾ ਕੰਪਲੈਕਸ ਜਿਹੜਾ ਆ 2020 ਦੇ ਵਿੱਚ ਜਿਹੜਾ ਇਹ ਕੰਪਲੀਟ ਹੋਣ ਜਾ ਰਿਹਾ ਰੋਜ਼ਵੇਲ ਦੇ ਵਿੱਚ, ਜਿਹਦੀ ਆਲਰੇਡੀ ਉਹਨਾਂ ਨੇ ਗਰਾਊਂਡ ਬ੍ਰੇਕਿੰਗ ਕਰ ਦਿੱਤੀ ਹੈਗੀ ਆ। ਜੀ ਬੇਦੀ ਦੀਆਂ ਕੁਝ ਖਬਰਾਂ ਦੇ ਉੱਤੇ ਨਜ਼ਰ ਮਾਰੀਏ। ਹਰਜੋਤ ਸਿੰਘ ਜੀ, ਟੈਸਲਾ ਨੂੰ ਕੋਈ ਪਸੰਦ ਕਰੇ ਕੋਈ ਨਾ ਪਸੰਦ ਕਰੇ, ਕੋਈ ਗਾਲਾਂ ਕੱਢੇ ਕੀ ਕਰੇ, ਪਰ ਫਰੀਮੌਂਟ ਦੀ ਪੁਲਿਸ ਨੇ ਜਿਹੜਾ ਇੱਕ ਟੈਸਲਾ ਦੀ ਮਾਡਲ S ਕਾਰ ਆ ਉਸ ਨੂੰ ਜਿਹੜਾ ਐਜ਼ ਏ ਨਵੀਂ ਪੈਟਰੋਲ ਵਹੀਕਲ ਦੇ ਵਜੋਂ ਸ਼ਾਮਲ ਜਿਹੜਾ ਆ ਉਹ ਕਰ ਲਿਆ ਆ। ਦੁਬਈ ਦੇ ਵਿੱਚ ਹਰਜੋਤ ਸਿੰਘ ਜੀ ਇਹ ਚੀਜ਼ਾਂ ਦੇਖਣ ਨੂੰ ਸੁਣਨ ਨੂੰ ਜਿਹੜੀਆਂ ਉਹ ਮਿਲਦੀਆਂ ਸੀ ਵੀ ਉੱਥੇ ਮਹਿੰਗੀਆਂ ਤੋਂ ਮਹਿੰਗੀਆਂ ਗੱਡੀਆਂ ਜਿਹੜੀਆਂ ਪੁਲਿਸ ਵਾਲੇ ਜਿਹੜੇ ਆ ਚਲਾਉਂਦੇ ਆ। ਅਤੇ ਹੁਣ ਕਿਸੇ ਨੂੰ ਜਿਹੜੇ ਫਰੀਮੌਂਟ ਪੁਲਿਸ ਦੇ ਵਿੱਚ ਇੱਕ ਟੈਸਲਾ ਮਾਡਲ S ਆ ਉਸ ਨੂੰ ਉਹ ਚਲਾਉਣ ਨੂੰ ਪੁਲਿਸ ਵਾਲਿਆਂ ਨੂੰ ਜਿਹੜੀ ਆ ਉਹ ਮਿਲੇਗੀ। ਸੋ 2014 ਦੀ ਕਹਿੰਦੇ ਆ ਟੈਸਲਾ ਜਿਹੜੀ ਉਹਨਾਂ ਨੇ ਇਹ ਖਰੀਦ ਕੇ ਅਤੇ ਉਸ ਨੂੰ ਪੁਲਿਸ ਵਾਲੀ ਜਿਹੜੀ ਆ ਦੇਖ ਕੇ ਉਸ ਨੂੰ ਆਪਣੇ ਪੈਟਰੋਲ ਯੂਨਿਟ ਦੇ ਵਿੱਚ ਜਿਹੜਾ ਉਹ ਸ਼ਾਮਿਲ ਕਰ ਲਿਆ ਹੈਗਾ ਆ। ਸੋ ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਸੈਨ ਹੋਜ਼ੇ ਤੋਂ ਜਿਹੜੀ ਖਬਰ ਆ ਰਹੀ ਇੱਕ ਵਾਰੀ ਫਿਰ ਮੰਦਭਾਗੀ ਜਿਹੜੀ ਖਬਰ ਆ ਰਹੀ ਆ। ਹਿੱਟ ਐਂਡ ਰਨ ਦਾ ਕੇਸ ਕਹਿੰਦੇ ਹੋਇਆ ਨਾਰਥ 10th ਸਟਰੀਟ ਅਤੇ ਈਸਟ ਸੈਂਟਾ ਕਲਾਰਾ ਸਟਰੀਟ ਦੇ ਇਰਦ ਗਿਰਦ ਦੇਰ ਰਾਤ 12:30 ਵਜੇ ਅਤੇ ਹਿੱਟ ਐਂਡ ਰਨ ਦੇ ਵਿੱਚ ਕਹਿੰਦੇ ਇੱਕ ਔਰਤ ਦੀ ਜਿਹੜੀ ਆ ਉਹ ਮੌਤ ਹੋ ਗਈ ਹੈ। ਇੱਕ ਵੈਨ ਜਿਹੜੀ ਆ ਕਹਿੰਦੇ ਆ ਉਹ ਟਕਰਾਈ ਉਸ ਔਰਤ ਦੇ ਨਾਲ ਅਤੇ ਉਸ ਦੀ ਮੌਕੇ 'ਤੇ ਹੀ ਜਿਹੜੀ ਉਹ ਮੌਤ ਹੋ ਗਈ ਅਤੇ ਵੈਨ ਉੱਥੋਂ ਫਰਾਰ ਜਿਹੜੀ ਉਹ ਹੋ ਗਈ ਆ। ਅਤੇ ਇਸ ਸਿਟੀ ਦੇ ਵਿੱਚ ਇਸ ਸਾਲ ਦੇ ਵਿੱਚ ਹੀ ਹਰਜੋਤ ਸਿੰਘ ਜੀ ਚੌਥੀ ਫੇਟਲ ਕੋਲੀਜਨ ਜਿਹੜੀ ਉਹ ਹੈਗੀ ਆ ਪੈਡੈਸਟਰੀਅਨ ਦੀ ਜਿਹੜੀ ਆ ਕਿਸੇ ਹਾਦਸੇ ਦੇ ਵਿੱਚ ਇਸ ਤਰੀਕੇ ਦੇ ਨਾਲ ਮੌਤ ਹੋਣੀ। ਬਿਲਕੁਲ, ਪਿਛਲੇ ਸਾਲ ਵੀ ਕਾਫੀ ਮੌਤਾਂ ਸੈਨੋਜ਼ੇ 'ਚ ਜਿਹੜੀਆਂ ਆ ਪੈਡੈਸਟਰੀਅਨ ਦੀਆਂ ਹੋਈਆਂ ਸੀਆਂ। ਅਤੇ ਇਸ ਸਾਲ ਦੇ ਸ਼ੁਰੂ ਦੇ ਵਿੱਚ ਤਾਂ ਜਿਹੜੇ ਸੈਨੋਜ਼ੇ ਦੇ ਮੇਅਰ ਹੈਗੇ ਆ ਉਹਨਾਂ ਦੇ ਵੀ ਜਿਹੜੀ ਆ ਜਦੋਂ ਉਹ ਬਾਈਕ 'ਤੇ ਜਾ ਰਹੇ ਸੀ ਉਹਨਾਂ ਨੂੰ ਕਾਰ ਨੇ ਮਾਰਿਆ ਸੀ, ਉਹ ਬਚ ਗਿਆ, ਸੱਟਾਂ ਘੱਟ ਲੱਗੀਆਂ। ਅਗਲੀਆਂ ਆਪਾਂ ਕੁਛ ਖਬਰਾਂ ਜਿਹੜੀਆਂ ਬੇਕਰਸਫੀਲਡ ਨਾਲ ਸਾਂਝੀਆਂ ਕਰੀਏ। ਬੇਕਰਸਫੀਲਡ ਦੇ ਵਿੱਚ ਜਿਹੜੇ ਸਕੂਲਸ ਹੈਗੇ ਆ, ਕਰਨ ਹਾਈ ਸਕੂਲ ਡਿਸਟ੍ਰਿਕਟ,
ਬੇਕਰਸਫੀਲਡ ਸਿਟੀ ਸਕੂਲ ਡਿਸਟ੍ਰਿਕਟ ਤੇ ਰੋਜ਼ਡੇਲ ਯੂਨੀਅਨ ਸਕੂਲ ਡਿਸਟ੍ਰਿਕਟ ਉਹਨਾਂ ਵੱਲੋਂ ਇਹ ਸਟੇਟਮੈਂਟ ਆਈ ਆ ਵੀ ਫਰਾਈਡੇ ਨੂੰ ਜਾਣੀ ਕਿ ਜਨਵਰੀ 25 ਨੂੰ ਸਕੂਲ ਜਿਹੜੇ ਆ ਇਹਨਾਂ ਸਕੂਲ ਡਿਸਟ੍ਰਿਕਟ 'ਚ ਬੰਦ ਰਹਿਣਗੇ। ਕਹਿੰਦੇ ਵੀ ਜਿਹੜੇ ਉਹਨਾਂ ਦੇ ਟੀਚਰਸ ਹੈਗੇ ਆ ਪ੍ਰੋਫੈਸ਼ਨਲ ਡਿਵੈਲਪਮੈਂਟ ਦੀਆਂ ਕਲਾਸਾਂ ਲਾਉਣ ਜਾ ਰਹੇ ਆ। ਸੋ ਜਿਨ੍ਹਾਂ ਦੇ ਬੱਚੇ ਇਹਨਾਂ ਸਕੂਲ ਡਿਸਟ੍ਰਿਕਟ ਜਾਂਦੇ ਆ ਮੇਕ ਸ਼ੋਰ ਕਰ ਲਿਓ ਵੀ ਬੱਚੇ ਬਹਾਨਾ ਬਣਾ ਕੇ ਸਕੂਲੇ ਨਹੀਂ ਜਾ ਰਹੇ, ਸਕੂਲ ਕੱਲ੍ਹ ਨੂੰ ਬੰਦ ਹੈਗੇ ਆ। ਅਤੇ ਇਸੇ ਤਰ੍ਹਾਂ ਸਾਊਥ ਵੈਸਟ ਏਰੀਆ ਜਿਹੜਾ ਹੈਗਾ ਬੇਕਰਸਫੀਲਡ ਦਾ, ਜਿੱਥੇ ਪੰਜਾਬੀ ਕਮਿਊਨਿਟੀ ਵੀ ਕਾਫੀ ਰਹਿੰਦੀ ਆ, ਉੱਥੇ ਇੱਕ ਘਰ ਦੇ ਪਿੱਛੋਂ ਕਹਿੰਦੇ ਵੀ ਬੋਡੀ ਮਿਲੀ ਹੈਗੀ ਆ ਇੱਕ ਬੰਦੇ ਦੀ, ਅਤੇ ਉਹਨੂੰ ਮਾਰਨ ਦੇ ਕੇਸ ਦੇ ਵਿੱਚ ਡੈਨਸ ਮਾਰੋਕੁਇਨ ਜਿਹੜਾ ਆ ਉਸ ਨੂੰ ਫੜਿਆ ਗਿਆ ਅਤੇ $5 ਲੱਖ ਦੀ ਜਿਹੜੀ ਬੇਲ ਆ ਉਹਦੀ ਰੱਖੀ ਗਈ ਹੈਗੀ ਆ। ਬੁੱਧਵਾਰ ਸਵੇਰੇ ਕਹਿੰਦੇ 6209 ਹਾਥਵੇ ਐਵਨਿਊ ਜਿਹੜਾ ਈਸਟ ਆਫ ਐਸ਼ ਰੋਡ ਆ ਅਤੇ ਨਾਰਥ ਆਫ ਟੈਫਟਸ ਹਾਈਵੇ ਆ, ਉੱਥੇ ਜਿਹੜੀ ਇਹ ਬੋਡੀ ਲੱਭੀ ਹੈਗੀ ਆ। ਜੀ ਜੀ, ਹਾਈਵੇ 101 ਸੈਨ ਹੋਜ਼ੇ ਦੇ ਵਿੱਚ ਹਰਜੋਤ ਸਿੰਘ ਜੀ ਗੋਲੀਬਾਰੀ ਦੀ ਜਿਹੜੀ ਆ ਘਟਨਾ ਜਿਹੜੀ ਬਰੋਕਾ ਰੋਡ ਦੇ ਲਾਗੇ ਹੋਈ ਆ। ਕਹਿੰਦੇ ਦੇਰ ਰਾਤ ਨੂੰ ਜਿਹੜੀ ਉੱਥੇ ਸ਼ੂਟਿੰਗ ਮੰਗਲਵਾਰ ਨੂੰ ਹੋਈ ਆ ਅਤੇ ਇੱਕ ਜਣਾ ਇਸ ਸ਼ੂਟਿੰਗ ਦੇ ਵਿੱਚ ਇੰਜਰਡ ਹੋਇਆ ਆ। CHP ਜਿਹੜੀ ਆ ਉਹਨਾਂ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ ਅਤੇ CHP ਨੇ ਕਿਹਾ ਆ ਵੀ ਲੱਗਦਾ ਆ ਵੀ ਇਸ ਨੂੰ ਜਾਣ ਬੁੱਝ ਕੇ ਜਿਸ 'ਤੇ ਗੋਲੀ ਮਾਰੀ ਗਈ ਆ ਉਹ ਮਿੱਥ ਕੇ ਹੀ ਜਿਹੜੀ ਉਹ ਮਾਰੀ ਗਈ ਆ। ਸੋ ਹਾਲ ਦੀ ਘੜੀ ਵਿਕਟਮ ਦੇ ਬਾਰੇ ਜਿਹੜਾ ਆ ਉਹਨਾਂ ਨੇ ਜਾਣਕਾਰੀ ਆ ਉਹ ਨਹੀਂ ਦਿੱਤੀ, ਪਰ ਕਹਿੰਦੇ ਆ ਵੀ ਉਹ ਸੁਰੱਖਿਅਤ ਆ, ਉਸ ਦੀ ਜਾਨ ਨੂੰ ਜਿਹੜਾ ਆ ਉਹ ਖਤਰਾ ਨਹੀਂ ਹੈਗਾ ਆ। ਸੋ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਸੈਨ ਹੋਜ਼ੇ ਬੇ ਏਰੀਏ ਦੇ ਵਿੱਚ ਕ੍ਰਾਈਮ ਰੇਟ ਜਿਹੜਾ ਆ ਉਹ ਲਗਾਤਾਰ ਜਿਹੜਾ ਉਹ ਵੱਧ ਰਿਹਾ ਆ। ਇਹ ਆਪਾਂ ਦੇਖਦੇ ਹਾਂ ਆਲੇ ਦੁਆਲੇ ਬਹੁਤ ਸਾਰੇ ਜਿਹੜੀਆਂ ਚੀਜ਼ਾਂ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ, ਸਟੈਬਿੰਗ ਸ਼ੂਟਿੰਗਸ ਦੀਆਂ ਘਟਨਾਵਾਂ ਜਿਹੜੀਆਂ ਬਹੁਤ ਵਾਪਰ ਰਹੀਆਂ। ਸੋ ਸਤਰਕ ਜਿਹੜਾ ਰਿਹਾ ਕਰੋ। ਜਿੱਦਾਂ ਪਹਿਲੋਂ ਵੀ ਆਪਾਂ ਕਹਿੰਦੇ ਹੁੰਦੇ ਆ, ਤੁਸੀਂ ਪਾਰਕਾਂ ਦੇ ਵਿੱਚ ਵੀ ਜਾਂਦੇ ਹੋ, ਕੁਛ ਵੀ ਇੱਦਾਂ ਕਰਦੇ, ਕੋਈ ਅਜਿਹੀ ਚੀਜ਼ਾਂ ਜਿਹੜੀਆਂ ਪਾ ਕੇ ਜਾਂ ਸ਼ੋਅ ਆਫ ਵਾਲੀਆਂ ਜਿਹੜੀਆਂ ਉਹ ਨਾ ਹੋਣ, ਕਿਉਂਕਿ ਸਾਰੇ ਜਾਣੇ ਕਈ ਜਿਹੜੇ ਖਾਸ ਕਰਕੇ ਇੱਦਾਂ ਦੇ ਅਨਸਰ ਹੁੰਦੇ ਆ ਜਿਹੜੇ ਇੱਦਾਂ ਦੀਆਂ ਘਟਨਾਵਾਂ ਕਰਦੇ ਨੇ, ਚੋਰੀ ਚਕਾਰੀ ਰੋਬਰੀ ਵਗੈਰਾ ਕਰਦੇ ਨੇ, ਉਹ ਉਹਨਾਂ ਦੀਆਂ ਅੱਖਾਂ ਦੇ ਵਿੱਚ ਬੰਦਾ ਨਾ ਹੀ ਆਵੇ। ਅਤੇ ਝੁੰਡ ਦੇ ਵਿੱਚ ਜਿੱਦਾਂ ਕਹਿ ਲਓ ਵੀ 2-4 ਜਣਿਆਂ ਦਾ ਗਰੁੱਪ ਹੋਵੇ, ਖਾਸ ਕਰਕੇ ਜਦੋਂ ਤੁਸੀਂ ਸੈਰ ਵਗੈਰਾ ਕਰਨ ਜਾਂਦੇ ਹੋ ਤਾਂ ਉਹ ਤੁਹਾਡੇ ਕੋਲ ਜਿਹੜਾ ਹੋਵੇ, ਚਾਹੇ ਨਾ ਵੀ ਹੋਵੇ ਖੂੰਡੀ ਭਾਵੇਂ ਉੱਦਾਂ ਹੀ ਫੜ ਕੇ ਰੱਖੋ ਜਿਹੜਾ ਕੁਛ ਨਾ ਕੁਛ ਹੱਥ ਦੇ ਵਿੱਚ ਜ਼ਰੂਰ। ਕੁਛ ਖਬਰਾਂ ਜਿਹੜੀਆਂ ਫ੍ਰਿਜ਼ਨੋ ਦੀਆਂ ਸਾਂਝੀਆਂ ਕਰੀਏ। ਫ੍ਰਿਜ਼ਨੋ ਦੇ ਵਿੱਚ ਕੱਲ੍ਹ ਸਵੇਰੇ ਇੱਕ ਵਿਸ਼ਨ ਐਵਨਿਊ ਦੇ ਉੱਤੇ ਅਤੇ ਸ਼ੀਲਡ ਦੇ ਉੱਤੇ ਇੱਕ ਜਿਹੜਾ ਟਰੈਕ ਹੈਗਾ ਰੇਲਵੇ ਦਾ, ਉੱਥੇ ਇੱਕ ਜਿਹੜਾ ਵਾਈਟ ਮਿਡਲ ਏਜਡ ਮੈਨ ਜਾ ਰਿਹਾ ਸੀ ਅਤੇ ਟ੍ਰੇਨ ਨੇ ਬ੍ਰੇਕ ਲਾਉਣ ਦੀ ਕੋਸ਼ਿਸ਼ ਕੀਤੀ ਪਰ ਲੱਗੀ ਨਹੀਂ ਅਤੇ ਉਹਦੀ ਜਿਹੜੀ ਆ ਮੌਤ ਹੋ ਗਈ। ਇਸੇ ਤਰ੍ਹਾਂ ਫ੍ਰਿਜ਼ਨੋ ਦੇ ਵਿੱਚ ਸੈਂਟਰਲ ਫ੍ਰਿਜ਼ਨੋ ਏਰੀਏ ਦੇ ਵਿੱਚ ਇੱਕ ਕਲੋਵਿਸ ਏਰੀਏ ਦੇ ਵਿੱਚ ਸੈਲਫ ਸਟੋਰੇਜ ਕੰਪਲੈਕਸ ਜਿਹੜਾ ਆ ਉਹਨੂੰ ਅੱਗ ਲੱਗੀ ਅਤੇ 12 ਤੋਂ 13 ਦੇ ਕਰੀਬ ਜਿਹੜੇ ਯੂਨਿਟ ਆ ਉਹ ਅੱਗ ਦੀ ਭੇਂਟ ਚੜ੍ਹ ਗਏ। ਅਤੇ ਅੱਜ ਸਵੇਰੇ ਜਿਹੜਾ ਆ ਫ੍ਰਿਜ਼ਨੋ ਦੇ ਵਿੱਚ ਪੋਸਟਲ ਆਫਿਸ ਵੱਲੋਂ ਉਹਨਾਂ ਦੇ ਇੱਕ ਪੋਸਟ ਆਫਿਸ ਜਿਹੜਾ ਹੈਗਾ ਆ ਮੈਰੀਪੋਸਾ ਸਟਰੀਟ ਅਤੇ ਹਾਲੈਂਡ ਐਵਨਿਊ 'ਤੇ ਸਵੇਰੇ 6 ਵਜੇ ਕਿਸੇ ਨੇ ਕਹਿੰਦੇ ਕੋਈ ਪੈਕੇਜ ਰੱਖ ਦਿੱਤਾ, ਜਿਹਦੇ ਕਰਕੇ ਪੁਲਿਸ ਆਈ ਅਤੇ ਉਹਨਾਂ ਨੂੰ ਚੈੱਕ ਕਰਨਾ ਪਿਆ, ਐਕਸਰੇ ਕੀਤਾ ਗਿਆ ਅਤੇ ਉਹ ਕੋਈ ਥ੍ਰੈਟ ਨਹੀਂ ਸੀ। ਸੋ ਇਹ ਖਬਰਾਂ ਜਿਹੜੀਆਂ ਆ ਅੱਜ ਫ੍ਰਿਜ਼ਨੋ ਏਰੀਏ ਤੋਂ ਆ ਰਹੀਆਂ। ਜੀ ਜੀ, ਅਤੇ ਹਰਜੋਤ ਸਿੰਘ ਜੀ ਇੱਥੇ ਹੀ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਆ ਹੁਣ ਸਮਾਪਤੀ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਆ ਉਹ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਟਰੱਕਰਸ ਦੇ ਦੁਆਰਾ ਨਾਰਥ ਅਮਰੀਕਨ ਪੰਜਾਬੀ ਟਰੱਕਿੰਗ ਐਸੋਸੀਏਸ਼ਨ ਜਿਸ ਦੇ ਮੈਂਬਰ ਬਣਨ ਦੇ ਕਈ ਫਾਇਦੇ ਹਨ। ਇਸ ਮੌਕੇ